दोस्तों ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਹਾਂ ਮਰਹੂਮ ਸਾਬਕਾ ਮੈਂਬਰ ਪਾਰਲੀਮੈਂਟ ਬਿਮਲ ਕੌਰ ਖਾਲਸਾ ਬਾਰੇ। ਜੀ ਹਾਂ, ਬਿਮਲ ਕੌਰ ਖਾਲਸਾ ਜੋ ਕਿ ਵਿਧਵਾ ਸਨ ਬੇਅੰਤ ਸਿੰਘ ਹੋਣਾ ਦੇ। ਬੇਅੰਤ ਸਿੰਘ ਜਿਨ੍ਹਾਂ ਨੇ ਕਿ ਇੰਦਰਾ ਗਾਂਧੀ ਨੂੰ ਆਪਣੇ ਦੋ ਸਾਥੀਆਂ ਸਤਵੰਤ ਸਿੰਘ ਤੇ ਕਹਿਰ ਸਿੰਘ ਦੇ ਨਾਲ ਰਲ ਕੇ ਮਾਰ ਮੁਕਾਇਆ ਸੀ। 1984 ਦੇ ਆਪਰੇਸ਼ਨ ਬਲੂ ਸਟਾਰ ਦੇ ਜਵਾਬ ਦੇ ਰੂਪ ਵਿੱਚ 31 ਅਕਤੂਬਰ 1984 यानी कि कुछ ही महीने बाद बेअंत सिंह ਅਤੇ सतवंत सिंह जो कि इंदिरा गांधी ਦੇ बॉडीगार्ड सन उसके सुरक्षा घेरे ਦੇ ਵਿੱਚ ਸਨ ਤੇ तमाम इंटैलीजेंस रिपोर्ट्स ਨੂੰ नज़रअंदाज करदਿਆਂ ਹੋਇਆਂ दरकिनार करदਿਆਂ ਹੋਇਆਂ इंदिरा गांधी ने ਇਹਨਾਂ ਲੋਕਾਂ ਨੂੰ यानी कि अपने सिख ਜਿਹੜੇ बॉडीगार्ड ਸਨ ਉਹਨਾਂ ਨੂੰ ਆਪਣੀ ਸਿਕਿਉਰਿਟੀ ਦੇ ਵਿੱਚ ਰੱਖਣ ਦਾ ਫੈਸਲਾ ਲਿਆ ਸੀ। ਇੱਕ ਗਲਤ ਫੈਸਲਾ ਸੀ ਜੋ ਕਿ ਬਾਅਦ ਦੇ ਵਿੱਚ ਘਾਤਕ ਸਾਬਤ ਹੋਇਆ ਜਿਸ ਤਰੀਕੇ ਦੀ ਇੰਟੈਲੀਜੈਂਸ ਦੀਆਂ ਇਨਪੁਟ ਸਨ। बेअंत सिंह ਅਤੇ सतवंत सिंह 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਸਵੇਰੇ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ। ਲੇਕਿਨ ਉਸ ਤੋਂ ਬਾਅਦ ਬੇਅੰਤ ਸਿੰਘ ਨੂੰ ਮੌਕੇ ਤੇ ਹੀ ITBP ਦੀ ਜਿਹੜੀ ਹੋਰ ਸੁਰੱਖਿਆ ਘੇਰਾ ਹੁੰਦਾ ਹੈ ਇੰਦਰਾ ਗਾਂਧੀ ਦਾ ਉਹਨਾਂ ਵੱਲੋਂ ਮਾਰ ਮੁਕਾਇਆ ਜਾਂਦਾ ਹੈ, ਜਦੋਂ ਕਿ ਸਤਵੰਤ ਸਿੰਘ ਤੇ ਇਸ ਮਾਮਲੇ ਦੇ ਇੱਕ ਹੋਰ ਇਹਨਾਂ ਦੇ ਸਾਥੀ ਕਹਿਰ ਸਿੰਘ ਇਹਨਾਂ ਨੂੰ ਕੁਝ ਸਾਲ ਬਾਅਦ ਫਾਂਸੀ ਦਿੱਤੀ ਜਾਂਦੀ ਹੈ। ਸੋ ਕਦੇ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕਹਿਰ ਸਿੰਘ ਬਾਰੇ ਇੱਕ ਅਲੱਗ ਵੀਡੀਓ ਵੀ ਲੈ ਕੇ ਹਾਜ਼ਰ ਹੋਵਾਂਗਾ। ਇੰਦਰਾ ਗਾਂਧੀ ਦੀ ਮੌਤ ਤੇ ਉਸ ਤੋਂ ਪਹਿਲਾਂ ਕਿਸ ਤਰੀਕੇ ਨਾਲ ਇਸ ਪੂਰੀ ਅਸੈਸੀਨੇਸ਼ਨ ਨੂੰ ਪਲਾਨ ਕੀਤਾ ਗਿਆ ਸੀ, ਉਹਦੇ ਪਿੱਛੇ ਦੀ ਕੀ ਗੱਲਬਾਤ ਸੀ, ਇਸ ਨੂੰ ਕੋਖਾਂਗੇ। ਲੇਕਿਨ ਅੱਜ ਦੀ ਇਹ ਰਿਪੋਰਟ ਕੇਂਦਰੀ ਤੇ ਆਧਾਰਿਤ ਰਹਿਣ ਵਾਲੀ ਹੈ ਸਿਰਫ ਤੇ ਸਿਰਫ ਬਿਮਲ ਕੌਰ ਖਾਲਸਾ ਉੱਤੇ। ਉਹ ਬਿਮਲ ਕੌਰ ਖਾਲਸਾ ਜੋ ਕਿ ਇੱਕ ਅਸੈਸਿਨ ਦੀ ਵਿਧਵਾ ਕਹਿਲਾਈ, ਜਾਂ ਫਿਰ ਕਹਿ ਲਈਏ ਕਈ ਲੋਕਾਂ ਦੀ ਨਜ਼ਰਾਂ ਦੇ ਵਿੱਚ ਉਹ ਇੱਕ ਸ਼ਹੀਦ ਦੀ ਵਿਧਵਾ ਸੀ, ਜੋ ਕਿ ਬਾਅਦ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਲਈ 9ਵੀਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਰੋਪੜ ਲੋਕ ਸਭਾ ਸੀਟ ਤੋਂ ਚੁਣੀ ਗਈ। ਬਿਮਲ ਕੌਰ ਖਾਲਸਾ ਦੀ ਜੀਵਨੀ ਅਤੇ ਕਹਾਣੀ ਬਹੁਤ ਹੀ ਦਿਲਚਸਪ ਹੈ ਤੇ ਜ਼ਿੰਦਗੀ ਦੇ ਕਈ ਉਤਾਰ ਚੜ੍ਹਾਅ ਉਹਨੇ ਦੇਖੇ। ਬਿਮਲ ਕੌਰ ਖਾਲਸਾ ਦਾ ਅਸਲੀ ਨਾਂ ਬਿਮਲਾ ਦੇਵੀ ਹੋਇਆ ਕਰਦਾ ਸੀ, ਜੋ ਕਿ ਵਿਆਹ ਤੋਂ ਪਹਿਲਾਂ ਉਹਨਾਂ ਦਾ ਨਾਂ ਹੁੰਦਾ ਸੀ। ਬਿਮਲਾ ਦੇਵੀ ਹਿੰਦੂ ਪਰਿਵਾਰ ਚੋਂ ਸਨ। ਇਹ ਬਹੁਤ ਇੱਕ ਦਿਲਚਸਪ ਤੱਥ ਵੀ ਹੈ ਕਿ ਇੱਕ ਹਿੰਦੂ ਪਰਿਵਾਰ ਦੀ ਬੇਟੀ ਇੱਕ ਹਿੰਦੂ ਮਹਿਲਾ ਬੇਅੰਤ ਸਿੰਘ ਉਹਨਾਂ ਦੇ ਨਾਲ ਸ਼ਾਦੀ ਕਰਦੀ ਹੈ। ਬੇਅੰਤ ਸਿੰਘ ਜੋ ਕਿ ਚੰਡੀਗੜ੍ਹ ਦੇ ਨੇੜੇ ਮਲੋਇਆ ਦੇ ਰਹਿਣ ਵਾਲੇ ਸਨ। ਇਹਨਾਂ ਦੋਵਾਂ ਦੀ ਸ਼ਾਦੀ ਜਨਵਰੀ 1976 ਵਿੱਚ ਹੁੰਦੀ ਹੈ ਤੇ ਇਹ ਸ਼ਾਦੀ ਇੱਕ ਲਵ ਮੈਰਿਜ ਸੀ। ਪਰਿਵਾਰ ਦੇ ਜੀਆਂ ਨੇ ਕਨਫਰਮ ਕੀਤਾ ਹੈ ਕਿ ਬਿਮਲਾ ਦੇਵੀ ਤੇ ਬੇਅੰਤ ਸਿੰਘ ਦਾ ਇੱਕ ਪ੍ਰੇਮ ਵਿਆਹ ਸੀ, ਯਾਨੀ ਕਿ ਲਵ ਮੈਰਿਜ ਸੀ। ਇਸ ਲਵ ਮੈਰਿਜ ਤੋਂ ਬਾਅਦ ਦੋਵੇਂ ਨਾਰਮਲ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਨੇ ਦਿੱਲੀ ਦੇ ਵਿੱਚ। ਇੱਕ ਪਾਸੇ ਬੇਅੰਤ ਸਿੰਘ ਦਿੱਲੀ ਪੁਲਿਸ ਦੇ ਵਿੱਚ ਇੱਕ ਸਬ ਇੰਸਪੈਕਟਰ ਹੁੰਦੇ ਨੇ ਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਵਿੱਚ ਬਿਮਲ ਕੌਰ ਖਾਲਸਾ ਜੋ ਕਿ ਉਸ ਵਕਤ ਤੱਕ ਬਿਮਲ ਕੌਰ ਹੋ ਚੁੱਕੇ ਹੁੰਦੇ ਨੇ, ਯਾਨੀ ਕਿ ਸ਼ਾਦੀ ਤੋਂ ਪਹਿਲਾਂ ਦੀ ਬਿਮਲਾ ਦੇਵੀ ਹੁਣ ਬਿਮਲ ਕੌਰ ਹੋ ਚੁੱਕੀ ਹੁੰਦੀ ਹੈ। ਉਹ ਲੇਡੀ ਹਾਰਡਿੰਗ ਕਾਲਜ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਇੱਕ ਸਟਾਫ ਨਰਸ ਹੁੰਦੀ ਹੈ। ਸੋ ਦੋਵਾਂ ਦੀ ਜ਼ਿੰਦਗੀ ਇੱਕ ਠੀਕ ਪਟੜੀ ਤੇ ਚੱਲ ਰਹੀ ਹੁੰਦੀ ਹੈ। ਇਸ ਦੌਰਾਨ 1984 ਦਾ ਉਹ ਸਾਕਾ ਹੁੰਦਾ ਹੈ, ਸਾਕਾ ਨੀਲਾ ਤਾਰਾ, ਉਹ ਕੱਲੂਕਾਰਾ ਜਿਸ ਨੇ ਕਿ ਸਿੱਖਾਂ ਦੇ ਦੁਨੀਆ ਭਰ ਦੇ ਵਿੱਚ ਵਸੇ ਹੋਏ ਸਿੱਖਾਂ ਦੇ ਹਿਰਦਿਆਂ ਨੂੰ ਬੁਲੰਦਰ ਕੇ ਰੱਖ ਦੇਣਾ ਹੁੰਦਾ ਹੈ। ਤੇ ਬੇਅੰਤ ਸਿੰਘ ਇਸ ਤੋਂ ਛੂਤਾ ਨਹੀਂ ਰਹਿੰਦਾ। ਬੇਅੰਤ ਸਿੰਘ ਦੇ ਮਨ ਦੇ ਵਿੱਚ ਵੀ 1984 ਦਾ ਆਪਰੇਸ਼ਨ ਬਲੂ ਸਟਾਰ ਤੇ ਉਸ ਦੇ ਮੁਤਲਕ ਜੋ ਵੀ ਕਾਰਵਾਈ ਹੋਈ ਹੁੰਦੀ ਹੈ ਉਹ ਇੱਕ ਜ਼ਖਮ ਦੇ ਵਾਂਗ ਉਸ ਦੇ ਦਿਲ ਦੇ ਵਿੱਚ ਹੁੰਦੀ ਹੈ। ਕਿਹਾ ਜਾਂਦਾ ਵੀ ਜੂਨ 1984 ਤੋਂ ਲੈ ਕੇ ਅਕਤੂਬਰ 1984 ਜਦੋਂ ਤੱਕ ਇੰਦਰਾ ਗਾਂਧੀ ਨੂੰ ਮਾਰ ਨਹੀਂ ਦਿੱਤਾ ਜਾਂਦਾ, ਬੇਅੰਤ ਸਿੰਘ ਦੇ ਵਿੱਚ, ਉਸਦੇ ਕਿਰਦਾਰ ਦੇ ਵਿੱਚ, ਉਸਦੇ ਸ਼ਖਸੀਅਤ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਵੇਖਣ ਨੂੰ ਮਿਲਿਆ। ਖੁਦ ਬਿਮਲਾ ਦੇਵੀ ਯਾਨੀ ਕਿ ਬਿਮਲ ਕੌਰ ਖਾਲਸਾ ਹੋਣਾ ਵੱਲੋਂ ਇਸ ਚੀਜ਼ ਦੀ ਜਿਹੜੀ ਜਾਣਕਾਰੀ ਸੀ ਉਹ ਉਸ ਸਮੇਂ ਦੇ ਅਲੱਗ-ਅਲੱਗ ਅਖਬਾਰਾਂ ਤੇ ਰਸਾਲਿਆਂ ਨੂੰ ਦਿੱਤੀ ਗਈ ਵੀ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਦੀ ਮੌਤ ਜਾਂ ਉਸਦੀ ਅਸੈਸੀਨੇਸ਼ਨ ਤੋਂ ਕੁਝ ਦਿਨ ਪਹਿਲਾਂ ਬੇਅੰਤ ਸਿੰਘ ਹੋਣਾ ਦਾ ਜਿਹੜਾ ਹਾਵ ਭਾਵ ਤੇ ਉਹਨਾਂ ਦੇ ਢੰਗ ਤਰੀਕੇ ਸਨ ਉਹਨਾਂ ਦੇ ਵਿੱਚ ਇੱਕ ਬਦਲਾਅ ਵੇਖਣ ਨੂੰ ਮਿਲਿਆ। ਲੇਕਿਨ ਜੂਨ 1984 ਤੋਂ ਬਾਅਦ ਉਸਦੇ ਵਿੱਚ ਜਿਹੜਾ ਬਦਲਾਅ ਆਇਆ ਉਸਦੇ ਤਹਿਤ ਉਸਨੇ ਇੰਦਰਾ ਗਾਂਧੀ ਨੂੰ ਮਾਰਨ ਤੋਂ ਕੁਝ ਦਿਨ ਪਹਿਲਾਂ ਯਾਨੀ ਕਿ 14 ਅਕਤੂਬਰ 1984 ਨੂੰ ਅੰਮ੍ਰਿਤ ਛਕਿਆ, ਜੋ ਕਿ ਦਿੱਲੀ ਦੇ ਮੋਤੀ ਬਾਗ ਗੁਰਦੁਆਰੇ ਦੇ ਵਿੱਚ ਛਕਿਆ ਹੋਇਆ ਅੰਮ੍ਰਿਤ ਸੀ। ਯਾਨੀ ਕਿ ਅੰਮ੍ਰਿਤ ਸੰਚਾਰ ਕਰਾ ਕੇ ਉਹ ਗੁਰੂ ਦਾ ਸਿੰਘ ਸਜਿਆ। ਤਾਂ ਠੀਕ 3 ਦਿਨ ਬਾਅਦ ਬਿਮਲ ਕੌਰ ਖਾਲਸਾ ਹੋਣਾ ਵੱਲੋਂ ਵੀ ਅੰਮ੍ਰਿਤ ਸੰਚਾਰ ਕਰ ਲਿਆ ਗਿਆ। ਸੋ ਬੇਅੰਤ ਸਿੰਘ ਅਤੇ ਬਿਮਲ ਕੌਰ ਖਾਲਸਾ ਦੋਵੇਂ ਹੁਣ ਅੰਮ੍ਰਿਤਧਾਰੀ ਸਿੱਖ ਹੋ ਗਏ ਸਨ। ਲੇਕਿਨ ਕਿਸੇ ਵੀ ਸਟੇਜ ਤੇ ਜਾਂ ਕਿਸੇ ਵੀ ਪੱਧਰ ਉੱਤੇ ਬਿਮਲ ਕੌਰ ਖਾਲਸਾ ਨੂੰ ਇਸ ਚੀਜ਼ ਦਾ ਕੋਈ ਵੀ ਇਲਮ ਜਾਂ ਜਾਣਕਾਰੀ ਜਾਂ ਫਿਰ ਐਸਾ ਕੋਈ ਵੀ ਹਲਕਾ ਜਿਹਾ ਅੰਦਾਜ਼ਾ ਵੀ ਨਹੀਂ ਸੀ ਕਿ ਬੇਅੰਤ ਸਿੰਘ ਦੇ ਜ਼ਿਹਨ ਵਿੱਚ ਕੀ ਚੱਲ ਰਿਹਾ ਸੀ। ਕਈ ਮੌਕਿਆਂ ਤੇ ਬੇਅੰਤ ਸਿੰਘ ਨੇ ਆਪਣੇ ਦਿਲ ਦੀਆਂ ਬਹੁਤ ਸੀਆਂ ਗੱਲਾਂ ਭਾਵੁਕ ਹੋ ਕੇ ਬਿਮਲ ਕੌਰ ਖਾਲਸਾ ਦੇ ਨਾਲ ਸਾਂਝੀਆਂ ਕੀਤੀਆਂ, ਲੇਕਿਨ ਉਸਦੇ ਮਨ ਦੇ ਵਿੱਚ ਯਾਨੀ ਕਿ ਬੇਅੰਤ ਸਿੰਘ ਦੇ ਮਨ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਸੀ, ਕੀ ਉਸਦੀ ਪਲਾਨਿੰਗ ਸੀ ਇੰਦਰਾ ਗਾਂਧੀ ਨੂੰ ਮਾਰ ਮੁਕਾਉਣ ਜਾਂ ਉਸ ਨੂੰ ਅਸੈਸੀਨੇਟ ਕਰਨ ਦਾ, ਕੀ ਉਸਦਾ ਪ੍ਰੋਗਰਾਮ ਸੀ ਤੇ ਉਸ ਦੇ ਨਾਲ ਉਸਨੇ ਕਿਹੜੇ-ਕਿਹੜੇ ਲੋਕਾਂ ਦੀ ਮਦਦ ਲੈਣੀ ਸੀ ਜਾਂ ਕਦੋਂ ਇਹ ਕਾਰਾ ਅੰਜਾਮ ਦੇਣਾ ਸੀ, ਇਸ ਉੱਤੇ ਕੋਈ ਵੀ ਜਾਣਕਾਰੀ ਬਿਮਲ ਕੌਰ ਖਾਲਸਾ ਦੇ ਨਾਲ ਸਾਂਝੀ ਨਹੀਂ ਕੀਤੀ ਗਈ। ਬਿਮਲ ਕੌਰ ਖਾਲਸਾ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਵੀ ਬੇਅੰਤ ਸਿੰਘ ਕੀ ਕਰਨ ਜਾ ਰਿਹਾ ਹੈ। ਅੰਮ੍ਰਿਤ ਸੰਚਾਰ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਕਈ ਹਫ਼ਤੇ ਤੇ ਮਹੀਨਿਆਂ ਤੋਂ ਬੇਅੰਤ ਸਿੰਘ ਦੇ ਮਨ ਦੇ ਵਿੱਚ ਇੰਦਰਾ ਗਾਂਧੀ ਦੀ
ਹੱਤਿਆ ਦੀ ਜਿਹੜੀ ਪਲੈਨਿੰਗ ਹੈ ਉਹ ਕੁਝ ਲੋਕਾਂ ਦੇ ਨਾਲ ਮਿਲ ਕੇ ਹੋ ਰਹੀ ਸੀ। ਸਤਵੰਤ ਸਿੰਘ ਉਹਦਾ ਸਾਥੀ ਸੀ ਜੋ ਕਿ ਉਸ ਦੇ ਨਾਲ ਹੀ ਦਿੱਲੀ ਪੁਲਿਸ ਵਿੱਚ ਕੰਮ ਕਰਦਾ ਸੀ। ਲੇਕਿਨ ਸਤਵੰਤ ਸਿੰਘ ਜਦੋਂ ਬੇਅੰਤ ਸਿੰਘ ਦੇ ਘਰੇ ਆਂਦਾ ਸੀ ਜਾਂ ਬਿਮਲ ਕੌਰ ਖਾਲਸਾ ਉਹਨਾਂ ਨਾਲ ਵੀ ਉਸ ਦੀ ਮੁਲਾਕਾਤ ਹੁੰਦੀ ਸੀ, ਉਸ ਵਕਤ ਤੱਕ ਵੀ ਬਿਮਲ ਕੌਰ ਖਾਲਸਾ ਨੂੰ ਸਤਵੰਤ ਸਿੰਘ ਦੀ ਪਛਾਣ ਜਾਂ ਉਸ ਦੀ ਜਾਣਕਾਰੀ ਨਹੀਂ ਸੀ। ਇਸ ਚੀਜ਼ ਦਾ ਖੁਲਾਸਾ ਬਾਅਦ ਦੇ ਵਿੱਚ ਜਦੋਂ ਬਿਮਲ ਕੌਰ ਖਾਲਸਾ ਤੋਂ ਦਿੱਲੀ ਪੁਲਿਸ ਨੇ ਇੰਟੈਰੋਗੇਸ਼ਨ ਕੀਤੀ, ਉਸ ਵਕਤ ਹੋਇਆ ਕਿ ਬਿਮਲ ਕੌਰ ਖਾਲਸਾ ਨੂੰ ਕਿਸੇ ਵੀ ਪਲਾਨ ਪ੍ਰੋਗਰਾਮ ਜਾਂ ਇੰਦਰਾ ਗਾਂਧੀ ਨੂੰ ਅਸੈਸੀਨੇਟ ਕੀਤੇ ਜਾਣ ਦੀ ਪੂਰੀ ਜਿਹੜੀ ਵਿਉਂਤਬੰਦੀ ਹੈ ਉਸ ਦੇ ਬਾਰੇ ਹਲਕਾ ਜਿਹਾ ਵੀ ਆਈਡੀਆ ਨਹੀਂ ਸੀ। ਹਾਲਾਂਕਿ ਇਹ ਚੀਜ਼ ਉਹਨਾਂ ਭਾਵੁਕ ਗੱਲਾਂ ਦੇ ਵਿੱਚ ਕਦੇ-ਕਦੇ ਝਲਕਦੀ ਸੀ ਜੋ ਕਿ ਬੇਅੰਤ ਸਿੰਘ ਆਪਣੀ ਮੌਤ ਯਾਨੀ ਕਿ ਇੰਦਰਾ ਗਾਂਧੀ ਨੂੰ ਮਾਰਨ ਤੋਂ ਬਾਅਦ ਉਸ ਦੀ ਜਿਹੜੀ ਮੌਤ ਹੁੰਦੀ ਹੈ ਉਸ ਤੋਂ ਕੁਝ ਦਿਨ ਪਹਿਲਾਂ ਕੁਝ ਹਫ਼ਤੇ ਪਹਿਲਾਂ ਬਿਮਲ ਕੌਰ ਖਾਲਸਾ ਦੇ ਨਾਲ ਕਰਿਆ ਕਰਦਾ ਸੀ। ਲੇਕਿਨ ਇਹ ਅੰਦਾਜ਼ਾ ਨਹੀਂ ਸੀ ਕਿ ਦੇਸ਼ ਦੀ ਐਡੀ ਵੱਡੀ ਘਟਨਾ ਤੇ ਪ੍ਰਧਾਨ ਮੰਤਰੀ ਨੂੰ ਅਸੈਸੀਨੇਟ ਕਰਨ ਦਾ ਜਾਂ ਮਾਰਨ ਦਾ ਇਹਨਾਂ ਲੋਕਾਂ ਦਾ ਕੋਈ ਵੀ ਪ੍ਰੋਗਰਾਮ ਹੈ। ਸੋ ਬਿਮਲ ਕੌਰ ਖਾਲਸਾ ਨੂੰ ਵੀ 31 ਅਕਤੂਬਰ 1984 ਨੂੰ ਬਿਲਕੁਲ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ, ਜਿਵੇਂ ਕਿ ਦੇਸ਼ ਦੇ ਕਿਸੇ ਵੀ ਇਨਸਾਨ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਵੀ ਅੱਜ ਕੀ ਹੋਣ ਵਾਲਾ ਹੈ। ਨਾਰਮਲ ਆਪਣੀ ਜ਼ਿੰਦਗੀ ਜਾਂ ਰੂਟੀਨ ਦੇ ਤਹਿਤ ਉਹ ਲੇਡੀ ਹਾਰਡਿੰਗ ਕਾਲਜ ਦੇ ਵਿੱਚ ਆਪਣੀ ਡਿਊਟੀ ਤੇ ਸੀ ਤੇ ਜਦੋਂ ਡਿਊਟੀ ਦੇ ਵਿੱਚ ਉਹ ਲੰਚ ਕਰਕੇ ਵਾਪਸ ਆਉਂਦੀ ਹੈ ਤਾਂ ਉਸ ਵਕਤ ਉਹਨੇ ਦਿੱਲੀ ਪੁਲਿਸ ਦਾ ਇੱਕ ਬਹੁਤ ਵੱਡਾ ਜਮਾਵੜਾ ਆਪਣੇ ਦਫ਼ਤਰ ਦੇ ਬਾਹਰ ਦੇਖਿਆ, ਜਿਸ ਤੋਂ ਬਾਅਦ ਕਿ ਉਸ ਨੂੰ ਪੁਲਿਸ ਕਸਟਡੀ ਵਿੱਚ ਲੈ ਲਿਆ ਗਿਆ। ਉਸ ਦੇ ਘਰ ਦੀ ਤਲਾਸ਼ੀ ਹੋਈ, ਘਰੇ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਬਾਅਦ ਦੇ ਵਿੱਚ ਤਕਰੀਬਨ 2 ਹਫ਼ਤੇ ਦਿੱਲੀ ਪੁਲਿਸ ਨੇ ਬਿਮਲ ਕੌਰ ਖਾਲਸਾ ਤੋਂ ਪੁੱਛਗਿੱਛ ਕੀਤੀ। ਉਸੇ ਦਿਨ ਯਾਨੀ ਕਿ ਉਸ ਦੁਪਹਿਰ 31 ਅਕਤੂਬਰ 1984 ਨੂੰ ਦੁਪਹਿਰ ਬਾਅਦ ਬਿਮਲ ਕੌਰ ਖਾਲਸਾ ਨੂੰ ਇਸ ਚੀਜ਼ ਦਾ ਆਈਡੀਆ ਹੋਇਆ ਜਾਂ ਉਸ ਨੂੰ ਇੱਕ ਲੇਡੀ ਕਾਂਸਟੇਬਲ ਨੇ ਇਸ ਚੀਜ਼ ਦੀ ਜਾਣਕਾਰੀ ਦਿੱਤੀ ਵੀ ਬੇਅੰਤ ਸਿੰਘ ਵੱਲੋਂ ਇੰਦਰਾ ਗਾਂਧੀ ਦੀ ਹੱਤਿਆ ਕਰਤੀ ਗਈ ਹੈ। ਤੇ ਨਾਲ ਹੀ ਸਤਵੰਤ ਸਿੰਘ, ਜਿਸ ਦੀ ਕੀ ਪਛਾਣ ਉਸ ਵਕਤ ਤੱਕ ਬਿਮਲ ਕੌਰ ਖਾਲਸਾ ਨੂੰ ਨਹੀਂ ਸੀ, ਉਸ ਦੀ ਵੀ ਜਾਣਕਾਰੀ ਉਸ ਦੇ ਕੋਲ ਪ੍ਰਾਪਤ ਹੋਈ। ਇਸ ਤੋਂ ਬਾਅਦ ਬਿਮਲ ਕੌਰ ਖਾਲਸਾ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਵੀ ਪੂਰੀ ਜਿਹੜੀ ਵਿਉਂਤਬੰਦੀ ਹੈ ਉਹ ਪਿਛਲੇ ਕਈ ਹਫ਼ਤਿਆਂ ਤੋਂ ਹੋ ਰਹੀ ਸੀ, ਕਿਉਂਕਿ ਕਈ ਐਸੇ ਮੌਕੇ ਆਏ ਜਦੋਂ ਕਿ ਬੇਅੰਤ ਸਿੰਘ ਇਹਨਾਂ ਮਹੀਨਿਆਂ ਦੇ ਵਿੱਚ ਯਾਨੀ ਜੂਨ ਤੋਂ ਅਕਤੂਬਰ ਦੇ ਮਹੀਨਿਆਂ ਦੇ ਵਿੱਚ ਦਰਬਾਰ ਸਾਹਿਬ ਵੀ ਗਿਆ, ਉੱਥੇ ਪਰਿਵਾਰ ਦੇ ਨਾਲ ਵੀ ਗਿਆ, ਮੱਥਾ ਟੇਕਿਆ ਤੇ ਕਈ ਐਸੇ ਮੌਕੇ ਸਨ ਜਦੋਂ ਕਿ ਉਹ ਬਹੁਤ ਭਾਵੁਕ ਨਜ਼ਰ ਆਇਆ। ਹਾਲਾਂਕਿ ਬੇਅੰਤ ਸਿੰਘ ਦਿੱਲੀ ਪੁਲਿਸ ਦੇ ਵਿੱਚ ਜਦੋਂ ਵਿਚਰ ਰਿਹਾ ਸੀ ਤਾਂ ਉਹ ਇੱਕ ਬਹੁਤ ਲਿਬਰਲ ਸਿੱਖ ਸੀ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ, ਲੇਕਿਨ ਉਹਦੇ ਮਨ ਦੇ ਵਿੱਚ ਜਾਂ ਜ਼ਿਹਨ ਦੇ ਵਿੱਚ ਕਦੇ ਵੀ ਕੋਈ ਕੱਟੜਤਾ ਉਸ ਲੈਵਲ ਦੀ ਨਹੀਂ ਸੀ, ਨਾ ਹੀ ਉਸ ਤਰੀਕੇ ਦੀ ਜਿਹੜੀ ਗੱਲਬਾਤ ਕਦੇ ਪਹਿਲਾਂ ਉਸ ਵਿੱਚ ਮਹਿਸੂਸ ਕੀਤੀ ਗਈ। ਵਿਆਹ ਤੋਂ ਬਾਅਦ ਯਾਨੀ ਕਿ 1976 ਤੋਂ ਲੈ ਕੇ 1984 8 ਸਾਲ ਦੇ ਆਪਣੇ ਜੀਵਨ ਦੇ ਦੌਰਾਨ ਯਾਨੀ ਕਿ ਸ਼ਾਦੀशुदा ਜੀਵਨ ਦੇ ਦੌਰਾਨ ਬਿਮਲ ਕੌਰ ਖਾਲਸਾ ਨੇ ਬੇਅੰਤ ਸਿੰਘ ਨੂੰ ਇੱਕ ਬਹੁਤ ਹੀ ਲਿਬਰਲ ਆਦਮੀ ਮੰਨਿਆ ਜੋ ਕਿ ਸਿੱਖੀ ਸਿਧਾਂਤਾਂ ਦੇ ਨਾਲ ਉਸ ਨੇੜਤਾ ਦੇ ਨਾਲ ਨਹੀਂ ਜੁੜਿਆ ਸੀ। ਲੇਕਿਨ ਬਾਅਦ ਦੇ ਵਿੱਚ ਅਕਤੂਬਰ 1984 ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਬੇਅੰਤ ਸਿੰਘ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਸਰਟਨਲੀ ਬਿਮਲ ਕੌਰ ਖਾਲਸਾ ਨੂੰ ਨਜ਼ਰ ਆ ਰਿਹਾ ਸੀ। ਸੋ 31 ਅਕਤੂਬਰ ਦੀ ਘਟਨਾ ਤੋਂ ਬਾਅਦ ਕਈ ਹਫ਼ਤੇ ਜੇਲ੍ਹ ਵਿੱਚ ਬਿਮਲ ਕੌਰ ਖਾਲਸਾ ਨੂੰ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਵਾਪਸ ਚੰਡੀਗੜ੍ਹ ਤੇ ਪੰਜਾਬ ਸ਼ਿਫਟ ਕਰ ਜਾਂਦਾ ਹੈ, ਜਿੱਥੇ ਕਿ ਉਹਨਾਂ ਦੇ ਸਹੁਰੇ ਹੁੰਦੇ ਨੇ, ਕਿਉਂਕਿ ਦਿੱਲੀ ਦੇ ਵਿੱਚ ਇੱਕ ਇੰਦਰਾ ਗਾਂਧੀ ਦੇ ਹੱਤਿਆਰੇ ਤੇ ਉਸ ਦੇ ਪਰਿਵਾਰ ਦਾ ਰਹਿਣਾ ਬਹੁਤ ਔਖਾ ਸੀ ਤੇ ਇਹ ਉਹੀ ਦੌਰ ਸੀ ਜਦੋਂ ਕਿ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਜਾਂ ਸਿੱਖ ਕਤਲੇਆਮ ਜਿਹੜਾ ਹੈ ਉਸ ਨੂੰ ਵੀ ਬੜੇ ਵੱਡੇ ਪੱਧਰ ਤੇ ਅੰਜਾਮ ਦਿੱਤਾ ਜਾ ਰਿਹਾ ਸੀ। ਸੋ ਹਾਲਾਤ ਬਹੁਤ ਵੱਖਰੇ ਸਨ। ਦਿੱਲੀ ਦੇ ਵਿੱਚ ਵਿਚਰਨਾ ਇਸ ਪਰਿਵਾਰ ਲਈ ਬਹੁਤ ਔਖਾ ਸੀ, ਲੇਕਿਨ ਉਸ ਤੋਂ ਬਾਅਦ ਇਹ ਪਰਿਵਾਰ ਆ ਕੇ ਪੰਜਾਬ ਦੇ ਵਿੱਚ ਵੱਸਦਾ ਹੈ। ਮਲੋਆ ਜਿਹੜਾ ਹੈਗਾ ਉੱਥੇ ਇਹਨਾਂ ਦਾ ਸਹੁਰਾ ਘਰ ਹੁੰਦਾ ਹੈ, ਜਿੱਥੇ ਕਿ ਬਿਮਲ ਕੌਰ ਖਾਲਸਾ ਵਾਪਸ ਆਉਂਦੀ ਹੈ। ਉਸਦੇ ਪਤੀ ਦਾ ਜਦੋਂ ਭੋਗ ਪਾਇਆ ਜਾਂਦਾ ਹੈ ਤਾਂ ਉਸ ਭੋਗ ਦੇ ਦੌਰਾਨ ਸੈਂਕੜਾ ਹਜ਼ਾਰਾਂ ਦਾ ਜਿਹੜਾ ਇਕੱਠ ਹੈ ਉਸ ਨੂੰ ਵੇਖ ਕੇ ਬਿਮਲ ਕੌਰ ਖਾਲਸਾ ਦੇ ਜ਼ਿਹਨ ਦੇ ਵਿੱਚ ਉਸ ਮਾਸ ਸਪੋਰਟ ਦੀ ਗੱਲਬਾਤ ਆਉਂਦੀ ਹੈ ਜੋ ਕਿ ਸ਼ਾਇਦ ਉਸਨੇ ਕਦੇ ਮਹਿਸੂਸ ਨਹੀਂ ਕੀਤੀ ਹੁੰਦੀ, ਕਿਉਂਕਿ ਇੰਦਰਾ ਗਾਂਧੀ ਦੀ ਹੱਤਿਆਕਾਂਡ ਤੋਂ ਬਾਅਦ ਦਿੱਲੀ ਦਾ ਜੋ ਮਾਹੌਲ ਹੁੰਦਾ ਹੈ ਉਸ ਦੇ ਵਿੱਚ ਬਿਮਲ ਕੌਰ ਖਾਲਸਾ ਨੇ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕੀਤਾ ਹੁੰਦਾ ਹੈ। ਇੱਕ ਵਿਧਵਾ ਜਿਸ ਦੇ 3 ਬੱਚੇ ਹੁੰਦੇ ਨੇ, ਉਸ ਉੱਤੇ ਐਡੀ ਵੱਡੀ ਤੌਹਮਤ ਦੇਸ਼ ਦੇ ਵਿੱਚ ਲੱਗੀ ਹੁੰਦੀ ਹੈ। ਉਸ ਵਕਤ ਜਦੋਂ ਕਿ ਕੋਈ ਵੀ ਸਕੂਲ ਉਸਦੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇ ਰਿਹਾ ਹੁੰਦਾ, ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਲੇਕਿਨ ਪੰਜਾਬ ਦੇ ਵਿੱਚ ਜੋ ਹੁਲਾਰਾ ਜਾਂ ਜੋ ਹੁੰਗਾਰਾ ਮਿਲ ਰਿਹਾ ਹੁੰਦਾ ਹੈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕਹਿਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਮਾਰ ਕੇ ਜੋ ਸਪੋਰਟ ਇੱਥੇ ਮਿਲ ਰਹੀ ਹੁੰਦੀ ਹੈ, ਉਸ ਤੋਂ ਬਿਮਲ ਕੌਰ ਖਾਲਸਾ ਨੂੰ ਵੀ ਹੈਰਾਨੀ ਹੁੰਦੀ ਹੈ, ਕਿਉਂਕਿ ਰਿਵਾਇਤੀ ਤੌਰ ਤੇ ਬਿਮਲ ਕੌਰ ਖਾਲਸਾ ਇੱਕ ਸਿੱਖ ਨਹੀਂ ਹੁੰਦੀ, ਲੇਕਿਨ ਹੁਣ ਉਹਨੂੰ ਮਹਿਸੂਸ ਹੋ ਰਿਹਾ ਹੁੰਦਾ ਹੈ ਬਤੌਰ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਵੀ ਤੇ ਬੇਅੰਤ ਸਿੰਘ ਦੀ ਵਿਧਵਾ ਹੋਣ ਦੇ ਨਾਤੇ ਵੀ ਕਿਸ ਤਰੀਕੇ ਦਾ ਜਿਹੜਾ ਸਮਰਥਨ ਹੈ ਉਹਨਾਂ ਨੂੰ ਜਾਂ ਉਸਦੇ ਪਰਿਵਾਰ ਨੂੰ ਗਰਾਊਂਡ ਤੋਂ ਮਿਲਣਾ ਹੁੰਦਾ ਹੈ। ਬਾਅਦ ਦੇ ਵਿੱਚ ਇਹੀ ਜਾ ਕੇ ਆਧਾਰ ਵੀ ਬਣਦਾ ਹੈ ਬਿਮਲ ਕੌਰ ਖਾਲਸਾ ਵੱਲੋਂ ਉਸ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਦਾ ਜੋ ਕਿ 1999 ਦੇ ਵਿੱਚ ਉਹਨਾਂ ਵੱਲੋਂ ਖੇਡੀ ਜਾਣੀ ਹੁੰਦੀ ਹੈ। ਲੇਕਿਨ ਇਸ ਤੋਂ ਪਹਿਲਾਂ ਬਿਮਲ ਕੌਰ ਖਾਲਸਾ ਦੀ ਗਤੀਵਿਧੀਆਂ ਹੋਰ ਤੇਜ਼ ਹੁੰਦੀਆਂ ਨੇ, ਕਿਉਂਕਿ ਅਕਤੂਬਰ 1984 ਤੋਂ ਬਾਅਦ 1986 ਤੱਕ ਦਾ ਵਕਤ ਹੁੰਦਾ ਜਦੋਂ ਕਿ ਇੱਕ ਵਾਰ ਫੇਰ ਖਾਲਕੂ ਜਥੇਬੰਦੀਆਂ ਸਰਗਰਮ ਹੋ ਰਹੀਆਂ ਹੁੰਦੀਆਂ ਨੇ। ਮਿਲੀਟੈਂਟ ਗਰੁੱਪ ਜਿਹੜੇ ਹੈਗੇ ਨੇ ਉਹਨਾਂ ਨੇ ਦੁਬਾਰਾ ਤੋਂ ਲਾਮਬੰਦੀ ਸ਼ੁਰੂ ਕਰਤੀ ਹੁੰਦੀ ਹੈ ਤੇ ਉਹਨਾਂ ਦੌਰ ਦੇ ਵਿੱਚ 1986 ਦਾ ਸਮਾਂ ਆਉਂਦਾ ਜਦੋਂ ਕਿ ਸੁਰਜੀਤ ਸਿੰਘ ਬਰਨਾਲਾ ਦੀ ਮਿਨਿਸਟਰੀ ਹੁੰਦੀ ਹੈ। ਬਿਮਲ ਕੌਰ ਖਾਲਸਾ ਦੀਆਂ ਸਿਆਸੀ ਜਿਹੜੀ ਗਤੀਵਿਧੀਆਂ ਹੈ ਉਹ ਆਹਿਸਤਾ ਸ਼ੁਰੂ ਹੁੰਦੀਆਂ ਨੇ ਤੇ ਇਸ ਦੀ ਸ਼ੁਰੂਆਤ ਹੁੰਦੀ ਹੈ ਪੰਥਕ ਹਲਕਿਆਂ ਤੋਂ
क्योंकि बहुत से ऐसे पंथक इकट्ठ हो रहे होंगे ने, खाड़कुआं की मूवमेंट के तेज़ी आई होंगी है, तो बहुत थावां ते जिथे भी सिंह मारे जा रहे होंगे ने या फिर खाड़कू मारे जा रहे होंगे ने, उत्थे बिमल कौर खालसा नूं बुलाया जा रहा होंगे, उसका सन्मान किया जा रहा होंगे। बेअंत सिंह की विधवा का इस तरीके नाल हो रहा सन्मान उन्होंने लगातार मजबूत करता चला जाता है। 1986 का समा आ जाता है, जून 1986 जदों की दूसरी बरसी ऑपरेशन ब्लू स्टार के शहीदों की मनाई जानी होंगी है। उस वक्त दरबार साहब दे विच एक ऐसा वारदात होंगी है, एक ऐसी घटना होंगी है जिस विच कि सैकड़ा जिहड़े मिलिटेंट या खाड़कू होंगे ने, जो कि एक कहा गया बाद दे विच पुलिस की FIR जो कि बिमल कौर खालसा के खिलाफ रजिस्टर हुई, उस विच दस्सिया जाता भी बिमल कौर खालसा उन्होंने लीड कर रहे होंगे ने। हालांकि ऐसी गलबात होंगी नहीं है, बिमल कौर खालसा उस इकट्ठ का हिस्सा होंगे ने जो कि पहला वांग बहुत से होर ऐसे सैकड़ा इकट्ठा वांग पिछले कई महीनों तो चल रहे होंगे ने। लेकिन उस वक्त क्योंकि दूसरी बरसी होंगी ऑपरेशन ब्लू स्टार की, उस मौके बिमल कौर खालसा दरबार साहब दे विच मौजूद होंगे ने। दस्सिया जाता उस दिन तकरीबन 200 या 200 तो वध ऐसे खाड़कू या मिलिटेंट होंगे ने जो कि उस दिन दरबार साहब के कॉम्पलैक्स में मौजूद होंगे ने, ते उन्होंने कोशिश होंगी है उस अरदास की जो कि हर साल होनी शुरू हो चुकी होंगी है। इस दौरान भाषण भी चल रहे होंगे ने, ते बिमल कौर खालसा भी उत्थे मौजूद होंगे ने। उस दौरान ऐसी कोशिशां होंदियां ने, एक झड़प जिहड़ी है वो शुरू हो जाती है, जो कि खाड़कू या फिर जिहड़े आर्मड सपोर्टर होंगे ने जो कि उस मौके अरदास करना चाह रहे होंगे ने, तो इस दे नाल ही जो कि SGPC वालों तैनात किए गए कुछ ऐसे गार्ड्स होंगे ने जो कि उस वक्त कार सेवा तो बाद एक अलग माहौल होंदा उत्थे, जो कि इन्हां लोकां नूं रोक रहे होंगे ने। एक ऐसी झड़प होंदी है जिस विच की गोली चलती है, तो एक जिहड़ा गार्ड होंदा है यानी कि एक सुरक्षा कर्मी होंदा है, उसकी जिहड़ी मौत है वो हो जाती है। तो इस मामले की जिहड़ी FIR है उस विच मुख मुलजम के तौर पर बिमल कौर खालसा नूं बनाया जाता है, नामजद किया जाता है, यानी कि बिमल कौर खालसा के उत्ते ही एक FIR दर्ज करती जाती है उस कतल लई। ते इस तरीके नाल बिमल कौर खालसा के उत्ते पहला जिहड़ा फौजदारी का एक मुकदमा है उसकी शुरुआत होंदी है। तो यही शुरुआत उस मजबूत आधार की भी होंदी है जो कि बाद दे विच आने वाले तकरीबन 2 या 3 सालों के विच एक बहुत ही वड्डे समर्थन के रूप में उन्होंने मिलना होंदा है। खास करके गरम ख्याली जिहड़े ऐसे हल्के होंगे ने जितों कि उन्होंने आने वाले समय के विच अपने वोट भी हासिल करने होंगे ने। आने वाले कई महीनों ते सालों तक बिमल कौर खालसा होना वालों उन्होंने खिलाफ दर्ज किए गए फौजदारी के जिहड़े मुकदमे होंगे ने, जिन्हां विचों कई ऐसे मामले होंगे ने। मुढ़ले तौर पर जो 1986 का केस होंदा है जिसनों कि टाडा के एक्ट तहत यानी कि टैरोरिस्ट एंड एंटी डिसरप्टिव एक्टिविटीज़ 1987 का जिहड़ा एक्ट होंदा है उस दे तहत उन्हां वल्लों चुनौती भी दी जाती है। अदालतों के विच उन्हां दी मुकदमेबाजी शुरू हो चुकी होंदी है, तो इस दे नाल सियासी हलकों के विच भी गतिविधियां तेज़ हो रही होंदियां ने। हालांकि बिमल कौर खालसा का अपना कोई इरादा उस वक्त चोणां लड़न का नहीं होंदा, लेकिन इसका एक मजबूत आधार उन्होंने तैयार होंदा होया नज़र आ रहा होंदा है, क्योंकि पंथक हलकों ते उन्हां इकट्ठां दे विच जिथे कि खाड़कुआं दे भोगां या ऐसे समागमां दे उत्ते लगातार उन्होंने बुलाए जाने का सिलसिला वधदा जा रहा होंदा है। उस तो साफ हो रहा होंदा है भी बिमल कौर खालसा की हुण जिहड़ी आने वाले समय में भूमिका है वो एक विधवा के रूप में या एक आम महिला के रूप में नहीं, सगों एक लीडर या आगू के रूप में वधण वाली है। कई साल बीतते ने तो 1999 का जदों जनरल इलैक्शन आता है यानी कि 9वीं पार्लीमेंट का इलैक्शन आता है, उस वक्त सिमरनजीत सिंह मान होना वालों अपनी पार्टी लिए ऐसे बहुत से लोगों को टिकट दिते जाते हैं, जिन्हां विचों कई विधवावां होंदियां ने उन्हां खाड़कुआं दियां, या बहुत से ऐसे परिवार या जी जिन्हां दे जियां नूं खाड़कू कह के या खाड़कुआं के रूप में मारता गया होंदा है। उस सिंपथी या उस सहानुभूति का फायदा चुकण लई सिमरनजीत सिंह मान वालों वो सारे लोगों को टिकटां दित्तियां जांदियां ने, तो बिमल कौर खालसा नूं टिकट मिलती है रोपड़ लोक सभा की सीट तो। इस दे नाल ही बेअंत सिंह के पिता सुच्चा सिंह होना नूं बठिंडा लोक सभा सीट तो चोण लड़ाई जाती है। तो 1999 का यह जिहड़ा चोण है पार्लीमेंट का चोण होंदा है वो बहुत ही ज़्यादा दिलचस्प होंदा है, क्योंकि ये 1989 का ऐसा इलैक्शन होंदा है जो कि काफ़ी हद तक एक मैंडेट ते फतवा होंदा गांधी परिवार के खिलाफ। सिमरनजीत सिंह मान दे बहुत से MPs जिहड़े हैगे ने उन्होंने या उन्होंने पार्टी के नाल भाईवाल के रूप में खड़े हुए बहुत से जिहड़े मैंबर पार्लीमेंट है वो लोक सभा के चुने जाते हैगे ने। बिमल कौर खालसा उन्हां चों एक होंदे ने। इस दे नाल ही सुच्चा सिंह का मैं जिक्र कर चुका है। सो बिमल कौर खालसा देश की पार्लीमेंट के पहुंच चुके होंदे ने, ते दूसरे पासे गांधी परिवार जिहड़ा है वो सत्ता चों बाहर हो चुका होंदा है। समय के चक्कर एक उल्टे तरीके नाल घूमना शुरू हो चुका होंदा है, लेकिन इस चक्कर ने बहुत ज़्यादा छेती घूमना होंदा है, क्योंकि आने वाले 2 साल बिमल कौर खालसा लिए बहुत चुनौतियां भरे साल रहने वाले होंगे ने, क्योंकि 1999 तो बाद बहुत ही ज़्यादा तेज़ी के नाल जिहड़ियां वारदातां वधदियां ने। मैं पहला भी कुछ वीडियो भी जिक्र किया है भी पंजाब दे विच असॉल्ट राइफलों ते गिणती जिहड़ी है मौतां दी या वारदातां दी उस विच 1999 90 ते 91 ते जिहड़े 3 या 4 साल होंगे ने वो काफ़ी महत्वपूर्ण होंगे ने। बहुत सी खाड़कुआं वालों कार्रवाइयां होंदियां ने, वारदातां नूं अंजाम दिता जाता है, तो पुलिस वालों भी पूरे तरीके नाल खाड़कुआं का जिहड़ा सफाया है उसनूं कीते जाण दी मुहिम जिहड़ी है वो शुरू
ਹੁੰਦੀ ਹੈ। ਲੇਕਿਨ ਇਹ ਵੀ ਦੱਸ ਦਈਏ ਇੱਥੇ ਬਿਮਲ ਕੌਰ ਖਾਲਸਾ ਜਿੱਥੇ ਬਤੌਰ ਮੈਂਬਰ ਪਾਰਲੀਮੈਂਟ ਰੋਪੜ ਹਲਕੇ ਦੇ ਵਿੱਚ ਆਪਣਾ ਕੰਮ ਕਰ ਰਹੇ ਹੁੰਦੇ ਨੇ, ਉੱਥੇ ਬਹੁਤ ਸੇ ਐਸੇ ਵੱਖਵਾਦੀ ਜਾਂ ਖਾੜਕੂ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਕਿ ਟਰਮੀਨੇਟ ਜਾਂ ਨਿਊਟਰਲਾਈਜ਼ ਕੀਤਾ ਜਾਂਦਾ ਹੈ ਤੇ ਉਸ ਵਕਤ ਜਿਸ ਤਰੀਕੇ ਦੇ ਮੁਕਾਬਲੇ ਕੀਤੇ ਜਾ ਰਹੇ ਹੁੰਦੇ ਨੇ ਬਹੁਤ ਸੀਆਂ ਥਾਵਾਂ ਤੇ, ਬਹੁਤ ਸੇ ਭੋਗਾਂ ਉੱਤੇ ਜਾਂ ਫਿਰ ਮੌਤ ਦੀ ਜਿਹੜੀ ਐਨਕਾਊਂਟਰ ਹੁੰਦੇ ਨੇ ਉਹਨਾਂ ਦੀ ਸਾਈਟਸ ਦੇ ਉੱਤੇ ਖੁਦ ਬਿਮਲ ਕੌਰ ਖਾਲਸਾ ਲਗਾਤਾਰ ਜਾ ਰਹੇ ਹੁੰਦੇ। ਇੱਥੇ ਵੀ ਤੁਹਾਨੂੰ ਦੱਸ ਦਈਏ ਵੀ ਸੁਮੇਧ ਸਿੰਘ ਸੈਣੀ ਜੋ ਕਿ ਚੰਡੀਗੜ੍ਹ ਦੇ ਉਹਨਾਂ ਦਿਨਾਂ ਵਿੱਚ ਐਸਐਸਪੀ ਹੁੰਦੇ ਨੇ, ਉਹਨਾਂ ਵੱਲੋਂ ਬਹੁਤ ਸੇ ਐਸੇ ਕੰਮ ਕੀਤੇ ਜਾ ਰਹੇ ਹੁੰਦੇ ਨੇ, ਬਹੁਤ ਸੀ ਐਸੀਆਂ ਕਾਰਵਾਈਆਂ ਜਾਂ ਗਤੀਵਿਧੀਆਂ ਪਾਈਆਂ ਜਾਂਦੀਆਂ ਨੇ ਜਿਸ ਦੇ ਕਾਰਨ ਕਿ ਬਿਮਲ ਕੌਰ ਖਾਲਸਾ ਦੇ ਨਾਲ ਉਹਨਾਂ ਦੀ ਕਨਫਰੰਟੇਸ਼ਨ ਵੀ ਕਈ ਮੌਕਿਆਂ ਤੇ ਹੁੰਦੀ ਹੈ। ਐਸਾ ਹੀ ਇੱਕ ਮੌਕਾ ਸਮਰਾਲਾ ਦਾ ਹੁੰਦਾ ਹੈ ਜਿੱਥੇ ਇੱਕ ਵੱਖਵਾਦੀ ਨੂੰ ਜਦੋਂ ਉਸ ਨੂੰ ਪੁਲਿਸ ਦਾ ਘੇਰਾ ਪੈਂਦਾ ਹੈ ਤਾਂ ਉਸ ਤੋਂ ਬਾਅਦ ਮੌਕੇ ਦੇ ਉੱਤੇ ਬਿਮਲ ਕੌਰ ਖਾਲਸਾ ਵੀ ਪਹੁੰਚਦੇ ਹੈਗੇ ਨੇ ਤੇ ਬਿਮਲ ਕੌਰ ਖਾਲਸਾ ਦੇ ਨਾਲ ਜਿਹੜੀ ਤਲਖੀ ਹੈ ਉਹ ਸੁਮੇਧ ਸਿੰਘ ਸੈਣੀ ਦੀ ਹੁੰਦੀ ਹੈ। ਆਮੋ ਸਾਹਮਣੇ ਦੋਵੇਂ ਜਿਹੜੇ ਹੈਗੇ ਨੇ, ਇੱਕ ਪਾਸੇ ਇੱਕ ਐਸਐਸਪੀ ਹੁੰਦਾ ਤੇ ਦੂਸਰੇ ਪਾਸੇ ਇੱਕ ਮੈਂਬਰ ਪਾਰਲੀਮੈਂਟ। ਸੋ ਇਸ ਕਿਸਮ ਦਾ ਜਿਹੜਾ ਟਕਰਾਅ ਹੈ ਸੁਮੇਧ ਸਿੰਘ ਸੈਣੀ ਦੇ ਨਾਲ ਬਿਮਲ ਕੌਰ ਖਾਲਸਾ ਦਾ ਕਈ ਮੌਕਿਆਂ ਤੇ ਦੇਖਿਆ ਗਿਆ ਤੇ ਇੱਕ ਮੌਕਾ ਐਸਾ ਵੀ ਆਇਆ ਕਿ ਇੱਕ ਸੁਰੱਖਿਆ ਜਿਹੜਾ ਗਾਰਡ ਸੀ ਬਿਮਲ ਕੌਰ ਖਾਲਸਾ ਦਾ, ਜਿਸ ਦਾ ਨਾਂ ਗਾਂਧੀ ਦੱਸਿਆ ਜਾਂਦਾ ਹੈ, ਮੈਨੂੰ ਉਸ ਗਾਰਡ ਦੇ ਪੂਰੇ ਨਾਂ ਦਾ ਨਹੀਂ ਪਤਾ, ਲੇਕਿਨ ਉਹ ਰੋਪੜ ਦੇ ਹੀ ਜ਼ਿਲ੍ਹੇ ਦੇ ਪਿੰਡ ਖਾਨਪੁਰ ਦਾ ਇੱਕ ਸੁਰੱਖਿਆ ਕਰਮੀ ਸੀ ਜੋ ਕਿ ਇੱਕ ਪੁਲਿਸ ਮੁਲਾਜ਼ਮ ਸੀ। ਉਹਨਾਂ ਨੂੰ ਬਿਮਲ ਕੌਰ ਖਾਲਸਾ ਦੇ ਨਾਲ ਰੱਖਿਆ ਗਿਆ ਸੀ ਬਤੌਰ ਦੇ ਬਾਡੀਗਾਰਡ ਦੇ ਰੂਪ ਵਿੱਚ। ਇੱਕ ਐਸਾ ਮੌਕਾ ਸੀ ਜਦੋਂ ਤਲਖੀ ਬਿਮਲ ਕੌਰ ਖਾਲਸਾ ਦੀ ਸੁਮੇਧ ਸਿੰਘ ਸੈਣੀ ਨਾਲ ਹੁੰਦੀ ਹੈ ਤਾਂ ਇਹ ਜਿਹੜਾ ਸਿਕਿਉਰਿਟੀ ਗਾਰਡ ਹੁੰਦਾ ਹੈ ਇਹ ਆਪਣੀ ਕਾਰਬਾਈਨ ਨੂੰ ਕੱਢ ਲੈਂਦਾ ਹੈ ਤੇ ਕੌਕ ਕਰਕੇ ਸੁਮੇਧ ਸਿੰਘ ਸੈਣੀ ਵਾਲੇ ਪਾਸੇ ਤਾਣ ਦਿੰਦਾ ਹੈ। ਇੱਕ ਐਸੀ ਗਲਤੀ ਹੁੰਦੀ ਹੈ ਜੋ ਕਿ ਗਾਂਧੀ ਨੇ ਕੀਤੀ ਹੁੰਦੀ ਹੈ ਤੇ ਜਿਸ ਤੋਂ ਕੁਝ ਹਫ਼ਤਿਆਂ ਬਾਅਦ ਉਸ ਜਿਹੜਾ ਸੁਰੱਖਿਆ ਗਾਰਡ ਗਾਂਧੀ ਹੈ ਉਸ ਨੂੰ ਐਲੀਮੀਨੇਟ ਕਰਤਾ ਜਾਂਦਾ ਹੈ ਜਾਂ ਉਸ ਨੂੰ ਗਾਇਬ ਕਰਤਾ ਜਾਂਦਾ ਹੈ। ਅੱਜ ਤੱਕ ਇਸ ਬਾਰੇ ਕੋਈ ਵੀ ਠੋਸ ਤੇ ਪੁਖਤਾ ਜਾਣਕਾਰੀ ਨਹੀਂ ਮਿਲ ਪਾਈ ਹੈ ਵੀ ਗਾਂਧੀ ਕਿੱਥੇ ਗਿਆ, ਲੇਕਿਨ ਇਹ ਫੈਕਟ ਹੈ ਵੀ ਬਿਮਲ ਕੌਰ ਖਾਲਸਾ ਦੀ ਸੁਰੱਖਿਆ ਦੇ ਵਿੱਚ ਉਹ ਮੁਲਾਜ਼ਮ ਜੋ ਕਿ ਤੈਨਾਤ ਸੀ, ਉਹ ਸਿਕਿਉਰਿਟੀ ਗਾਰਡ ਗਾਂਧੀ, ਜਿਸ ਦੀ ਕਿ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਉਹ ਗਾਇਬ ਹੋ ਜਾਂਦਾ ਹੈ ਕੁਝ ਦਿਨ ਕੁਝ ਹਫ਼ਤਿਆਂ ਤੋਂ ਬਾਅਦ। ਸੋ ਇਸ ਤਰੀਕੇ ਦੀਆਂ ਬਹੁਤ ਸੀਆਂ ਕਨਫਰੰਟੇਸ਼ਨਸ ਜਿਹੜੀ ਬਿਮਲ ਕੌਰ ਖਾਲਸਾ, ਕਿਉਂਕਿ ਉਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ ਬਤੌਰ ਮੈਂਬਰ ਪਾਰਲੀਮੈਂਟ, ਉਹਨਾਂ ਨੇ ਹਰ ਉਸ ਥਾਂ ਤੇ ਹਰ ਉਸ ਇਲਾਕੇ ਜਾਣਾ ਹੁੰਦਾ ਜਿੱਥੇ ਕੋਈ ਨਾ ਕੋਈ ਵਾਰਦਾਤ ਜਾਂ ਤਸ਼ੱਦਦ ਹੋਈ ਹੁੰਦੀ ਹੈ ਤੇ ਇਸ ਕਿਸਮ ਦੇ ਇਲਜ਼ਾਮ ਵੀ ਬਿਮਲ ਕੌਰ ਖਾਲਸਾ ਤੇ ਲਗਾਤਾਰ ਲੱਗ ਰਹੇ ਹੁੰਦੇ ਨੇ ਤੇ ਇਸ ਉੱਤੇ ਵੀ ਕੋਈ ਜ਼ਿਆਦਾ ਸੰਸਾ ਨਹੀਂ ਕਿ ਉਹਨਾਂ ਵੱਲੋਂ ਕਾਫੀ ਹੱਦ ਤੱਕ ਜਿਹੜੇ ਗਰਮ ਖਿਆਲੀ ਜਾਂ ਖਾੜਕੂ ਐਲੀਮੈਂਟ ਹੁੰਦੇ ਨੇ ਉਹਨਾਂ ਨੂੰ ਇਮਦਾਦ ਤੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੁੰਦੀ ਹੈ, ਉਹਨਾਂ ਨੂੰ ਸਪੋਰਟ ਦਿੱਤੀ ਜਾ ਰਹੀ ਹੁੰਦੀ ਹੈ। ਫਿਰ ਇਹ ਜਿਹੜੀ ਸਪੋਰਟ ਹੈ ਇੱਕ ਇਖਲਾਕੀ ਜਾਂ ਮੋਰਲ ਸਪੋਰਟ ਤੱਕ ਹੀ ਸੀਮਿਤ ਸੀ ਜਾਂ ਫਿਰ ਉਸ ਤੋਂ ਕੁਝ ਵੱਧ ਸੀ, ਕਿਸੇ ਤਰੀਕੇ ਨਾਲ ਹੋਰ ਜਿਹੜੀ ਜ਼ਿਆਦਾ ਮਦਦ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਉਹਨਾਂ ਵੱਖਵਾਦੀਆਂ ਨੂੰ ਜਾਂ ਖਾੜਕੂਆਂ ਨੂੰ ਦਿੱਤੀ ਜਾ ਰਹੀ ਸੀ, ਇਹ ਇੱਕ ਬੜਾ ਵੱਡਾ ਸਵਾਲ ਹੈ। ਲੇਕਿਨ ਇਹ ਤੈਅ ਹੈ ਕਿ ਇੱਕ ਐਸਾ ਵੱਖਵਾਦੀ ਜੋ ਕਿ ਖਾਲਿਸਤਾਨ ਕਮਾਂਡੋ ਫੋਰਸ ਰਾਜਸਥਾਨੀ ਦਾ KCF ਰਾਜਸਥਾਨ ਦਾ ਮੁਖੀਆ ਜੋ ਕਿ ਉਹਨਾਂ ਦਿਨਾਂ ਵਿੱਚ ਹੋਇਆ ਕਰਦਾ ਸੀ, ਉਸ ਦਾ ਨਾਮ ਸੀ ਗੁਰਜੰਟ ਸਿੰਘ ਰਾਜਸਥਾਨੀ। ਸੋ ਗੁਰਜੰਟ ਸਿੰਘ ਰਾਜਸਥਾਨੀ ਜੋ ਕਿ ਬਾਅਦ ਦੇ ਵਿੱਚ 7 ਫੇਸ ਮੋਹਾਲੀ ਦੇ ਇੱਕ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਹੈ, ਉਹ ਜਦੋਂ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਉਸ ਦੀ ਮੌਤ ਬਿਮਲ ਕੌਰ ਖਾਲਸਾ ਦੇ ਬਿਲਕੁਲ ਘਰ ਦੇ ਬਾਹਰ ਜਾਂ ਉਸ ਦੀ ਪਿਛਲੀ ਗਲੀ ਵਿੱਚ ਹੁੰਦੀ ਹੈ। ਇਹ ਵੀ ਮੰਨਿਆ ਜਾਂਦਾ ਵੀ ਬਿਮਲ ਕੌਰ ਖਾਲਸਾ ਦੇ ਘਰ ਦੇ ਵਿੱਚ ਗੁਰਜੰਟ ਸਿੰਘ ਰਾਜਸਥਾਨੀ ਦਾ ਆਣਾ ਜਾਣਾ ਹੁੰਦਾ ਹੈ, ਕਿਉਂਕਿ ਗੁਰਜੰਟ ਸਿੰਘ ਰਾਜਸਥਾਨੀ ਜਿਹੜਾ ਹੈ ਉਹ ਇੱਕ ਇੰਦਰਜੀਤ ਕੌਰ ਦੀ ਨਾਂ ਦੀ ਇੱਕ ਮਹਿਲਾ ਜੋ ਕਿ ਇੱਕ PA ਹੁੰਦੀ ਹੈ ਜਾਂ ਇੱਕ ਅਸਿਸਟੈਂਟ ਹੁੰਦੀ ਹੈ ਬਿਮਲ ਕੌਰ ਖਾਲਸਾ ਹੋਣਾ ਦੀ, ਜੋ ਕਿ ਉਸ ਵਕਤ ਇੱਕ ਮੈਂਬਰ ਪਾਰਲੀਮੈਂਟ ਹੁੰਦੀ ਹੈ, ਉਹਨਾਂ ਕੋਲ ਸਟਾਫ ਹੁੰਦਾ, ਆਪਣੀ ਸਿਕਿਉਰਿਟੀ ਹੁੰਦੀ ਹੈ। ਸੋ ਉਹਨਾਂ ਦੇ ਸਟਾਫ ਵਿੱਚ ਇੱਕ ਜਿਹੜੀ ਮਹਿਲਾ ਹੁੰਦੀ ਹੈ ਇੰਦਰਜੀਤ ਕੌਰ ਨਾਂ ਦੀ, ਉਸ ਦੇ ਕੋਲ ਗੁਰਜੰਟ ਸਿੰਘ ਰਾਜਸਥਾਨੀ ਦਾ ਆਣਾ ਜਾਣਾ ਹੁੰਦਾ ਤੇ ਇਹ ਵੀ ਦੱਸਿਆ ਜਾਂਦਾ ਵੀ ਗੁਰਜੰਟ ਸਿੰਘ ਰਾਜਸਥਾਨੀ ਆਪਣੇ ਪਰਿਵਾਰ ਨਾਲ ਵੀ ਆ ਕੇ ਬਿਮਲ ਕੌਰ ਖਾਲਸਾ ਹੋਣਾ ਦੇ ਘਰ ਦੇ ਆਸ-ਪਾਸ ਰਹਿੰਦਾ ਹੁੰਦਾ ਹੈ। ਇਸ ਚੀਜ਼ ਦਾ ਅੰਦਾਜ਼ਾ ਵੀ ਬਿਮਲ ਕੌਰ ਖਾਲਸਾ ਨੂੰ ਹੁੰਦਾ ਹੈ। ਕਈ ਜਿਹੜੇ ਤੱਥ ਹੈਗੇ ਨੇ ਉਹ ਇਸ ਵੱਲ ਇਸ਼ਾਰਾ ਵੀ ਕਰਦੇ ਨੇ। ਲੇਕਿਨ ਇੱਕ ਦਿਨ ਅਚਾਨਕ ਸ਼ਾਮ ਨੂੰ ਇੱਕ ਐਸਾ ਘਟਨਾਕ੍ਰਮ ਹੁੰਦਾ ਹੈ ਜਦੋਂ ਕਿ ਇੱਕ ਰੂਟੀਨ ਦੇ ਵਿੱਚ ਇਸ ਚੀਜ਼ ਦੀ ਜਾਣਕਾਰੀ ਕਿਸੇ ਨੂੰ ਜ਼ਿਆਦਾ ਹੁੰਦੀ ਨਹੀਂ ਹੈ ਕਿ ਗੁਰਜੰਟ ਸਿੰਘ ਰਾਜਸਥਾਨੀ ਜੋ ਕਿ KCF ਇਹ ਵੀ ਦੱਸਦੇ ਖਾਲਿਸਤਾਨ ਕਮਾਂਡੋ ਫੋਰਸ ਦੇ 2 ਜਥੇਬੰਦੀਆਂ ਸਨ, ਇੱਕ KCF ਪੰਜਵੜ ਤੇ ਇੱਕ KCF ਰਾਜਸਥਾਨ, ਯਾਨੀ ਕਿ ਗੁਰਜੰਟ ਸਿੰਘ ਰਾਜਸਥਾਨੀ ਵਾਲੀ। ਤੇ ਗੁਰਜੰਟ ਸਿੰਘ ਰਾਜਸਥਾਨੀ ਉਸ ਉੱਤੇ ਇੱਕ ਅਲੱਗ ਵੀਡੀਓ ਮੈਂ ਜ਼ਰੂਰ ਬਣਾਵਾਂਗਾ ਕਿਉਂਕਿ ਗੁਰਜੰਟ ਸਿੰਘ ਰਾਜਸਥਾਨੀ ਉਹੀ ਸ਼ਖਸ ਹੈ ਜਿਸ ਨੇ ਕਿ ਗੁਰਮੀਤ ਰਾਮ ਰਹੀਮ ਨੂੰ ਆਪਣੇ ਡੇਰੇ ਉੱਤੇ ਸਥਾਪਿਤ ਕੀਤਾ ਸੀ। ਸੋ ਇੱਕ ਬਹੁਤ ਵੱਡੀ ਕਹਾਣੀ ਹੈ ਗੁਰਜੰਟ ਸਿੰਘ ਰਾਜਸਥਾਨੀ। ਹਾਲਾਂਕਿ ਬਹੁਤ ਸੇ ਲੋਕ ਇਸ ਨੂੰ ਚੁਣੌਤੀ ਦਿੰਦੇ ਨੇ ਵੀ ਗੁਰਜੰਟ ਸਿੰਘ ਰਾਜਸਥਾਨੀ ਨੇ ਗੁਰਮੀਤ ਰਾਮ ਰਹੀਮ ਨੂੰ ਥਾਪਿਆ ਸੀ ਬਤੌਰ ਡੇਰੇ ਦਾ ਮੁਖੀ, ਇਸ ਚੀਜ਼ ਦਾ ਸਬੂਤ ਕੀ ਹੈ। ਲੇਕਿਨ CBI ਨੇ ਜਿਹੜੀ ਮਾਮਲੇ ਦੀ ਜਾਂਚ ਕੀਤੀ ਹੈ ਜਾਂ ਗੁਰਮੀਤ ਰਾਮ ਰਹੀਮ ਦੇ ਖਿਲਾਫ ਜਿਹੜੀ CBI ਦੀ ਕਈ ਮਾਮਲਿਆਂ ਦੇ ਵਿੱਚ ਜਾਂਚ ਹੋਈ ਹੈ ਜਿਸ ਵਿੱਚ ਕਿ ਸਾਧਵੀਆਂ ਦੇ ਬਲਾਤਕਾਰ ਦੇ ਮਾਮਲਿਆਂ ਦੀ ਪੜਤਾਲ ਹੈ, ਉਸ ਦੇ ਵਿੱਚ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਸ ਦੇ ਵਿੱਚ ਗੁਰਜੰਟ ਸਿੰਘ ਰਾਜਸਥਾਨੀ ਦਾ ਜ਼ਿਕਰ ਕੀਤਾ ਗਿਆ ਹੈ। ਸੋ ਗੁਰਜੰਟ ਸਿੰਘ ਰਾਜਸਥਾਨੀ ਦੀ ਜਿਹੜੀ ਨੇੜਤਾ ਹੁੰਦੀ ਹੈ ਉਹ ਬਿਮਲ ਕੌਰ ਖਾਲਸਾ ਤੇ ਉਸ ਦੇ ਸਟਾਫ ਨਾਲ ਹੁੰਦੀ ਹੈ ਤੇ ਇਸ ਚੀਜ਼ ਬਾਰੇ ਵੀ ਮੈਨੂੰ ਕੋਈ ਸੰਸਾ ਨਹੀਂ ਲੱਗ ਰਿਹਾ ਵੀ ਬਿਮਲ ਕੌਰ ਖਾਲਸਾ ਨੂੰ ਗੁਰਜੰਟ ਸਿੰਘ ਰਾਜਸਥਾਨੀ ਜਾਣਦਾ ਹੁੰਦਾ ਹੈ। ਲੇਕਿਨ ਇਹ ਦੱਸ ਦਈਏ ਵੀ 29 ਅਗਸਤ 1991 ਨੂੰ ਸੁਮੇਧ ਸਿੰਘ ਸੈਣੀ ਉੱਤੇ ਬੰਬ ਬਲਾਸਟ ਹੁੰਦਾ ਹੈ। ਉਸ ਤੋਂ ਤਕਰੀਬਨ ਇੱਕ ਦਿਨ ਬਾਅਦ ਰੋਪੜ ਦੇ ਜਟਾਣਾ ਪਿੰਡ ਦੇ ਵਿੱਚ ਅਜੀਤ ਸਿੰਘ ਪੂਲਾ ਜਾ ਕੇ ਉਸ ਪਰਿਵਾਰ ਦੇ 4 ਜੀਆਂ ਨੂੰ ਮਾਰ ਦਿੰਦਾ ਹੈ ਜਾਂ ਉਹਨਾਂ ਨੂੰ ਸਾੜ ਮੁਕਾਉਂਦਾ ਹੈ, ਜੋ ਕਿ ਜਟਾਣਾ ਤੇ ਚਰਨਜੀਤ ਚੰਨਾ ਨਾਂ ਦੇ ਉਹਨਾਂ ਬੱਬਰ ਖਾਲਸਾ ਦੇ ਵੱਖਵਾਦੀਆਂ ਜਾਂ ਅਤਵਾਦੀਆਂ
ਦੇ ਪਰਿਵਾਰ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਕਿ ਬੇਦੋਸ਼ੀ ਲੋਕਾਂ ਨੂੰ, ਮਹਿਲਾਵਾਂ ਨੂੰ, ਬੱਚਿਆਂ ਨੂੰ ਮਾਰ ਮੁਕਾਇਆ ਜਾਂਦਾ ਹੈ। ਇਸ ਤੋਂ ਇੱਕ ਦਿਨ ਬਾਅਦ ਹੀ ਗੁਰਜੰਟ ਸਿੰਘ ਰਾਜਸਥਾਨੀ ਦਾ ਜਿਹੜਾ ਐਨਕਾਊਂਟਰ ਹੈ ਉਹ ਬਿਮਲ ਕੌਰ ਖਾਲਸਾ ਦੇ ਬਿਲਕੁਲ ਘਰੋਂ ਬਾਹਰੋਂ ਹੁੰਦਾ ਹੈ। ਤਕਰੀਬਨ ਇਹ 31 ਅਗਸਤ ਤੇ 1 ਸਤੰਬਰ ਦੇ ਆਸ-ਪਾਸ ਦੀ ਗੱਲ ਹੈ। 2 ਸਤੰਬਰ ਨੂੰ ਬਿਮਲ ਕੌਰ ਖਾਲਸਾ ਦੀ ਮੌਤ ਉਹਨਾਂ ਦੇ ਘਰ ਵਿੱਚ ਹੁੰਦੀ ਹੈ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਬਿਮਲ ਕੌਰ ਖਾਲਸਾ, ਜੋ ਕਿ ਉਹਨਾਂ ਦਾ ਲੋਕ ਸਭਾ ਹਲਕਾ ਰੋਪੜ ਰਿਹਾ ਹੁੰਦਾ ਹੈ, ਉਸ ਦੇ ਵਿੱਚ ਜਟਾਣਾ ਪਰਿਵਾਰ ਜਾਂ ਜਟਾਣਾ ਪਿੰਡ ਦੇ ਵਿੱਚ ਜਾ ਕੇ ਉਸ ਪੂਰੇ ਘਟਨਾਕ੍ਰਮ ਜਾਂ ਸੀਨ ਆਫ ਕ੍ਰਾਈਮ ਨੂੰ ਵੇਖ ਕੇ ਆਉਂਦੇ ਨੇ, ਜਿੱਥੇ ਕਿ ਜਟਾਣਾ ਪਰਿਵਾਰ ਦੇ 4 ਜੀਆਂ ਨੂੰ ਜਿਉਂਦਾ ਸਾੜਤਾ ਗਿਆ ਹੁੰਦਾ ਹੈ। ਉਸ ਤੋਂ ਇੱਕ ਦਿਨ ਬਾਅਦ ਖੁਦ ਬਿਮਲ ਕੌਰ ਖਾਲਸਾ ਦੀ ਜਿਹੜੀ ਬੋਡੀ ਹੈ ਉਹਨਾਂ ਦੇ ਘਰੋਂ ਮਿਲਦੀ ਹੈ। ਇਹ ਦੱਸਿਆ ਜਾਂਦਾ ਹੈ ਤੇ ਪੁਲਿਸ ਦੀ ਜਿਹੜੀ ਸ਼ੁਰੂਆਤੀ ਜਾਂਚ ਹੁੰਦੀ ਹੈ, ਇਸ ਕਿਸਮ ਦੀਆਂ ਗੱਲਾਂ ਬਾਤਾਂ ਉੱਭਰਦੀਆਂ ਨੇ ਵੀ ਉਹਨਾਂ ਵੱਲੋਂ ਸਾਇਨਾਈਡ ਖਾਇਆ ਗਿਆ, ਜੋ ਕਿ ਗਲਤ ਖਬਰ ਸੀ, ਇਸ ਦਾ ਕੋਈ ਆਧਾਰ ਨਹੀਂ ਹੈ। ਲੇਕਿਨ ਜੋ ਤੱਥ ਨਿਕਲ ਕੇ ਆਉਂਦੇ ਨੇ ਜਾਂ ਜੋ ਉਹਨਾਂ ਦੇ ਪਰਿਵਾਰ ਵੱਲੋਂ ਵੀ ਪੁਸ਼ਟੀ ਕੀਤੀ ਜਾਂਦੀ ਹੈ, ਕੁਝ ਹੱਦ ਤੱਕ ਉਹ ਮੁੱਢਲੇ ਤੌਰ ਤੇ ਕਰੰਟ ਲੱਗਣ ਕਾਰਨ ਉਹਨਾਂ ਦੀ ਮੌਤ ਹੁੰਦੀ ਹੈ, ਕਿਉਂਕਿ ਬਿਮਲ ਕੌਰ ਖਾਲਸਾ ਇੱਕ ਬਹੁਤ ਹੀ ਸਾਧਾਰਨ ਮਹਿਲਾ ਸਨ। ਚਾਹੇ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਸਨ, ਲੇਕਿਨ ਉਹ ਆਪਣੇ ਸਾਰੇ ਘਰ ਦੇ ਕੰਮ ਖੁਦ ਕਰਿਆ ਕਰਦੇ ਸਨ। ਸੋ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਂਦੇ ਸਮੇਂ ਉਹਨਾਂ ਨੂੰ ਇੱਕ ਕਰੰਟ ਲੱਗਦਾ ਹੈ ਤੇ ਉਸ ਵਕਤ ਜਦੋਂ ਕਰੰਟ ਲੱਗਦਾ ਉਹ ਘਰ ਵਿੱਚ ਇਕੱਲੇ ਹੁੰਦੇ ਨੇ ਤੇ ਉਹਨਾਂ ਦੀ ਮੌਤ ਇਸ ਕਰੰਟ ਲੱਗਣ ਨਾਲ ਹੋ ਜਾਂਦੀ ਹੈ। ਹੁਣ ਇਸ ਉੱਤੇ ਬਹੁਤ ਸੀ ਥਿਊਰੀਜ਼ ਆਉਂਦੀਆਂ ਨੇ, ਕਿਉਂਕਿ ਬਿਮਲ ਕੌਰ ਖਾਲਸਾ ਦੇ ਜਿਹੜੇ ਜੇਠ ਸ਼ਮਸ਼ੇਰ ਸਿੰਘ ਉਹਨਾਂ ਵੱਲੋਂ ਇਸ ਮੌਤ ਤੋਂ ਬਾਅਦ ਇਸ ਲਾਸ਼ ਦਾ, ਯਾਨੀ ਕਿ ਬਿਮਲ ਕੌਰ ਖਾਲਸਾ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਾਏ ਜਾਣ ਦੀ ਅਪੀਲ ਕੀਤੀ ਜਾਂਦੀ ਹੈ ਜਾਂ ਮੰਗ ਵੀ ਕੀਤੀ ਜਾਂਦੀ ਹੈ, ਜੋ ਕਿ ਬਾਅਦ ਦੇ ਵਿੱਚ ਨਹੀਂ ਕਰਵਾਇਆ ਗਿਆ। ਸੋ ਬਿਮਲ ਕੌਰ ਖਾਲਸਾ ਇੱਕ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੁੰਦੇ ਨੇ। ਉਹਨਾਂ ਦੀ ਮੌਤ ਜਿਹੜੀ ਹੈ ਉਹ ਭੇਦ ਭਰੇ ਹਾਲਾਤਾਂ ਵਿੱਚ ਹੁੰਦੀ ਹੈ, ਕਰੰਟ ਲੱਗਣ ਕਾਰਨ ਹੁੰਦੀ ਹੈ। ਵਾਸ਼ਿੰਗ ਮਸ਼ੀਨ ਦੇ ਵਿੱਚ ਦੱਸਿਆ ਜਾਂਦਾ ਵੀ ਕੱਪੜੇ ਧੋਂਦੇ ਸਮੇਂ ਬਿਮਲ ਕੌਰ ਖਾਲਸਾ ਨੂੰ ਕਰੰਟ ਲੱਗਿਆ ਤੇ ਉਹਨਾਂ ਦੀ ਮੌਤ ਹੋ ਗਈ। ਲੇਕਿਨ ਇਹ ਦੱਸ ਦਈਏ ਵੀ ਇਸ ਤੋਂ ਕੁਝ ਦਿਨ, ਹਫ਼ਤੇ ਪਹਿਲਾਂ ਬਿਮਲ ਕੌਰ ਖਾਲਸਾ ਉਹਨਾਂ ਦੇ ਉੱਤੇ ਬਹੁਤ ਵੱਡਾ ਦਬਾਅ ਜਿਹੜਾ ਸੀ ਉਸ ਵਕਤ ਸਿਕਿਉਰਿਟੀ ਫੋਰਸਿਸ ਵੱਲੋਂ ਰਿਹਾ ਹੁੰਦਾ ਹੈ, ਕਿਉਂਕਿ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਹਮਦਰਦੀ ਹੁੰਦੀ ਹੈ ਖਾੜਕੂ ਜਥੇਬੰਦੀਆਂ ਜਾਂ ਖਾੜਕੂਆਂ ਦਾ ਸਮਰਥਨ ਉਹ ਖੁੱਲ੍ਹ ਕੇ ਵੀ ਕਰਦੇ ਹੁੰਦੇ ਨੇ, ਸਿੱਧੇ ਤਰੀਕੇ ਨਾਲ ਵੀ ਕਰਦੇ ਨੇ ਤੇ ਅਸਿੱਧੇ ਤਰੀਕੇ ਨਾਲ ਵੀ ਕਰਦੇ ਨੇ। ਬਤੌਰ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਨੇ ਆਪਣੇ ਹਰ ਇਲਾਕੇ ਦੇ ਵਿੱਚ ਜਿੱਥੇ ਵੀ ਕੋਈ ਵਧੀਕੀ ਹੋ ਰਹੀ ਹੁੰਦੀ ਹੈ ਉੱਥੇ ਜਾਣਾ ਵੀ ਹੁੰਦਾ ਹੈ। ਸੋ ਇਹ तमाम ਗੱਲਾਂ ਬਾਤਾਂ ਜਦੋਂ ਸਮਰਾਲੇ ਦੇ ਵਿੱਚ ਸੁਮੇਧ ਸਿੰਘ ਸੈਣੀ ਨਾਲ ਸਿੱਧੀ ਟਿਫ ਹੁੰਦੀ ਹੈ, ਜਟਾਣਾ ਦੇ ਵਿੱਚ ਉਹਨਾਂ ਦਾ ਜਾਣਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਹੁੰਦੀਆਂ ਨੇ। ਆਪਣੀ ਪੂਰੀ ਗੱਲਬਾਤ ਜਾਂ ਰਿਪੋਰਟ ਦੇ ਦੌਰਾਨ ਮੈਂ ਤੁਹਾਨੂੰ ਇਹ ਜ਼ਿਕਰ ਕਰਨਾ ਭੁੱਲ ਗਿਆ ਵੀ ਸਤੰਬਰ 1991 ਜਦੋਂ ਉਹਨਾਂ ਦੀ ਮੌਤ ਹੁੰਦੀ ਹੈ, ਉਸ ਤੋਂ ਕੁਝ ਮਹੀਨੇ ਪਹਿਲਾਂ ਬਿਮਲ ਕੌਰ ਖਾਲਸਾ ਵਿਦੇਸ਼ਾਂ ਦੇ ਦੌਰੇ ਉੱਤੇ ਜਾਂਦੇ ਨੇ, ਜਿਸ ਵਿੱਚ ਕਿ ਉਹ ਅਮਰੀਕਾ ਜਾਂਦੇ ਨੇ। ਅਮਰੀਕਾ ਦੇ ਵਿੱਚ ਸੰਗਤਾਂ ਵੱਲੋਂ ਉਹਨਾਂ ਦਾ ਬਹੁਤ ਵੱਡਾ ਪੱਧਰ ਦਾ ਸਵਾਗਤ ਕੀਤਾ ਜਾਂਦਾ ਹੈ। ਬੇਅੰਤ ਸਿੰਘ ਦੀ ਵਿਧਵਾ ਜਾਂ ਬੇਅੰਤ ਸਿੰਘ, ਜਿਸ ਨੂੰ ਕਿ ਖੁਦ ਇੱਕ ਸ਼ਹੀਦ ਮੰਨਿਆ ਜਾ ਰਿਹਾ ਹੁੰਦਾ ਹੈ, ਇੰਦਰਾ ਗਾਂਧੀ ਦਾ ਜੋ ਅਸੈਸਨ ਹੁੰਦਾ ਹੈ, ਉਸ ਦੀ ਜਿਹੜੀ ਵਿਧਵਾ ਨੂੰ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ, ਕਿਉਂਕਿ ਹੁਣ ਤੱਕ ਉਹ ਇੱਕ ਮੈਂਬਰ ਪਾਰਲੀਮੈਂਟ ਵੀ ਬਣ ਚੁੱਕੇ ਹੁੰਦੇ ਨੇ। ਸੋ ਬਿਮਲ ਕੌਰ ਖਾਲਸਾ ਦੀ ਜਿਹੜੀ ਫੇਰੀ ਹੁੰਦੀ ਹੈ ਅਮਰੀਕਾ ਦੀ, ਉਹ ਬਹੁਤ ਹੀ ਕਾਮਯਾਬ ਰਹੀ ਹੁੰਦੀ ਹੈ ਤੇ ਅਮਰੀਕਾ ਦੇ ਵਿੱਚ ਸੰਗਤਾਂ ਨੇ ਉਹਨਾਂ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੁੰਦਾ ਹੈ। ਸੋ ਉੱਥੋਂ ਉਹ ਜਦੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਘਰ ਦੇ ਵਿੱਚ ਇੱਕ ਜਾਂ ਦੋ ਐਸੇ ਮੌਕੇ ਆਉਂਦੇ ਨੇ ਜਦੋਂ ਚੋਰੀਆਂ ਵੀ ਹੋਈਆਂ, ਤੇ ਜਦੋਂ ਚੋਰੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਲੁੱਟ ਹੈ ਉਸ ਨੂੰ ਵੀ ਅੰਜਾਮ ਦਿੱਤਾ ਗਿਆ। ਸੋ ਇੱਕ ਮੈਂਬਰ ਪਾਰਲੀਮੈਂਟ ਦੇ ਘਰ ਦੇ ਵਿੱਚ ਚੋਰੀ ਹੋ ਰਹੀ ਸੀ ਤੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਜਾਂ ਜੋ ਵੀ ਲੋਕ ਇਸ ਨਾਲ ਵਾਰਦਾਤਾਂ ਨੂੰ ਸ਼ਰਾਰਤਾਂ ਦੇ ਰੂਪ ਵਿੱਚ ਜਾਂ ਫਿਰ ਉਹਨਾਂ ਲੋਕਾਂ ਜਾਂ ਅਫਸਰਾਂ ਦੇ ਇਸ਼ਾਰੇ ਤੇ ਇੱਕ ਮੈਂਬਰ ਪਾਰਲੀਮੈਂਟ ਨੂੰ ਜਾਂ ਇੱਕ ਮਹਿਲਾ ਨੂੰ ਖਰਾਬ ਕਰਨ ਦੇ ਪੱਖੋਂ ਇਹ ਸਭ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਉਹਨਾਂ ਦੇ ਪਿੱਛੇ ਕੌਣ ਸੀ, ਇਸ ਚੀਜ਼ ਦੇ ਬਾਰੇ ਅੱਜ ਤੱਕ ਕੋਈ ਵੀ ਕੋਖ ਤੇ ਪੜਤਾਲ ਨਹੀਂ ਹੋ ਪਾਈ ਹੈ, ਨਾ ਹੀ ਕੋਈ ਮੁਕੱਦਮੇਬਾਜ਼ੀ ਹੋ ਪਾਈ, ਨਾ ਹੀ ਕੋਈ ਗੱਲਬਾਤ ਸਾਹਮਣੇ ਆ ਪਾਈ। ਜਿਹੜਾ ਗਨਮੈਨ ਸੁਰੱਖਿਆ ਗਾਰਡ ਨੂੰ ਕਿ ਮੈਂ ਦੱਸਿਆ ਵੀ ਉਹ ਲਾਪਤਾ ਹੋ ਗਿਆ ਜਾਂ ਉਸ ਨੂੰ ਐਲੀਮੀਨੇਟ ਕਰਤਾ ਗਿਆ, ਉਸ ਦੇ ਬਾਰੇ ਅੱਜ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲ ਪਾਈ ਹੈ। ਕੋਈ ਕੇਸ ਦਰਜ ਹੋਇਆ ਹੋਵੇ, ਮਾਮਲੇ ਦੀ ਪੜਤਾਲ ਹੋਈ ਹੋਵੇ, ਇਸ ਦਾ ਮੇਰੇ ਕੋਲ ਕੋਈ ਵੇਰਵਾ ਨਹੀਂ ਹੈ। ਜੇ ਤੁਹਾਡੇ ਚੋਂ ਕਿਸੇ ਕੋਲ ਵੀ ਵੇਰਵਾ ਹੋਏ ਕਾਈਂਡਲੀ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ, ਮੈਂ ਤਸਵੀਰ ਤੁਹਾਨੂੰ ਦਿਖਾਤੀ ਹੈ। ਲੇਕਿਨ ਵਾਪਸ ਬਿਮਲ ਕੌਰ ਖਾਲਸਾ ਹੋਣਾ ਤੇ ਆਉਂਦੇ ਹਾਂ। ਬਿਮਲ ਕੌਰ ਖਾਲਸਾ ਦੀ ਜਿਹੜੀ ਮੌਤ ਹੈ ਉਸ ਦੇ ਪਿੱਛੇ ਇੱਕ ਭੇਦ ਹੈ, ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ। ਕਿਉਂਕਿ ਬੋਡੀ ਦਾ ਪੋਸਟਮਾਰਟਮ ਨਹੀਂ ਹੋ ਪਾਇਆ, ਇਸ ਵਾਸਤੇ ਕੋਈ ਵੀ ਚੀਜ਼ ਡੈਫੀਨੇਟਿਵ ਤਰੀਕੇ ਨਾਲ ਨਹੀਂ ਦੱਸੀ ਜਾ ਸਕਦੀ, ਕਹੀ ਜਾ ਸਕਦੀ, ਕੋਈ ਵੀ ਐਸਾ ਦਾਅਵਾ ਨਹੀਂ ਠੋਕਿਆ ਜਾ ਸਕਦਾ। ਲੇਕਿਨ ਇਹ ਤੈਅ ਹੈ ਕਿ ਬਿਮਲ ਕੌਰ ਖਾਲਸਾ ਦੀ ਮੌਤ ਇੱਕ ਸਾਧਾਰਨ ਮੌਤ ਨਹੀਂ ਆਂਕਦੀ। ਹੋ ਸਕਦਾ ਵੀ ਅਸੀਂ ਜ਼ਿਆਦਾ ਹੀ ਇਸ ਪੂਰੇ ਮਾਮਲੇ ਦੇ ਵਿੱਚ ਸ਼ੱਕ ਕਰ ਰਹੇ ਹੋਈਏ, ਲੇਕਿਨ ਉਹ ਦੌਰ ਸੀ, ਆਪਾਂ ਸਮਝੀਏ ਵੀ ਜਦੋਂ ਪਰਿਵਾਰ ਦੇ ਜੀ ਚਾਹੁੰਦੇ ਸੀ ਪੋਸਟਮਾਰਟਮ ਕਰਾਓ ਤਾਂ ਵੀ ਪੋਸਟਮਾਰਟਮ ਨਹੀਂ ਕਰਵਾਏ ਗਏ। ਬਹੁਤ ਹੀ ਅੰਦਰਲੇ ਜਿਹੜੇ ਮੇਰੇ ਸੂਤਰ ਹੈਗੇ ਨੇ, ਮੈਂ ਨਾ ਤਾਂ ਉਹਨਾਂ ਦਾ ਜ਼ਿਕਰ ਕਰ ਸਕਦਾ ਟੈਲੀਵਿਜ਼ਨ ਦੇ ਉੱਤੇ, ਨਾ ਹੀ ਮੇਰੇ ਕੋਲ ਉਹਨਾਂ ਦੀ ਗੱਲਾਂ ਬਾਤਾਂ ਜਾਂ ਉਹਨਾਂ ਵੱਲੋਂ ਜੋ ਵੀ ਮੈਨੂੰ ਦੱਸਿਆ ਗਿਆ ਹੈ ਉਸ ਦੀ ਤਸਦੀਕ ਕਰਨ ਲਈ ਕੋਈ ਵੀ ਐਸੇ ਪੁਖਤਾ ਸਬੂਤ ਮੌਜੂਦ ਨੇ। ਲੇਕਿਨ ਇਹ ਜਾਣਕਾਰੀ ਮੈਨੂੰ ਬਹੁਤ ਹੀ ਅੰਦਰਲੇ ਸੂਤਰਾਂ ਵੱਲੋਂ ਮਿਲੀ ਹੈ ਕਿ ਉਹ ਜਿਹੜੀ ਵਾਸ਼ਿੰਗ ਮਸ਼ੀਨ ਦੇ ਨਾਲ ਕਰੰਟ ਲੱਗਣ ਦੀ ਜਿਹੜੀ ਪੂਰੀ ਘਟਨਾ ਸੀ ਉਹ ਇੱਕ ਨਾਰਮਲ ਤੇ ਸਾਧਾਰਨ ਤਰੀਕੇ ਨਾਲ ਘਟਨਾ ਨਹੀਂ ਹੋਈ। ਇਹ ਮੰਨਿਆ ਜਾ ਰਿਹਾ ਹੈ, ਇਹ ਗੱਲਬਾਤ ਸਹੀ ਹੈ ਕਿ ਮੌਤ ਜਿਹੜੀ ਸੀ ਉਹ ਕਰੰਟ ਲੱਗਣ ਨਾਲ ਹੀ ਹੋਈ। ਲੇਕਿਨ ਕਰੰਟ ਕਿਵੇਂ ਲੱਗਿਆ, ਉਸ ਨੂੰ ਕਿਵੇਂ ਮੈਨੇਜ ਕੀਤਾ ਗਿਆ, ਉਸ ਦੇ ਕਨੈਕਸ਼ਨਸ ਨੂੰ ਕਿਵੇਂ ਮੈਨੇਜ ਕੀਤਾ ਗਿਆ, ਇੱਕ ਬਹੁਤ ਵੱਡਾ ਰਾਜ਼ ਹੈ ਤੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ
ਤੇ ਇੱਕ ਸਾਜ਼ਿਸ਼ ਤੇ षड्यंत्र ਵੀ ਹੋ ਸਕਦਾ ਹੈ। ਲੇਕਿਨ ਕੌਣ ਲੋਕ ਇਹਦੇ ਪਿੱਛੇ ਹੈਗੇ ਨੇ, ਇਹ ਚੀਜ਼ ਬਹੁਤ ਮੁਸ਼ਕਿਲ ਹੈ ਜਦ ਤੱਕ ਉਹ ਲੋਕ ਖੁਦ ਉੱਭਰ ਕੇ ਜਾਂ ਖੁਦ ਖੁੱਲ ਕੇ ਸਾਹਮਣੇ ਨਹੀਂ ਆਉਂਦੇ। ਸੋ ਇਸ ਵਾਸਤੇ ਬੇਸ਼ੱਕ ਇੱਕ ਸੰਸਾ ਬਹੁਤ ਵੱਡਾ ਹੈ, ਮੇਰੇ ਮਨ ਦੇ ਵਿੱਚ, ਜ਼ਹਿਨ ਦੇ ਵਿੱਚ ਵੀ ਹੈ, ਤੁਹਾਡੇ ਜ਼ਹਿਨ ਦੇ ਵਿੱਚ ਵੀ ਇਸ ਰਿਪੋਰਟ ਦੇਖਣ ਤੋਂ ਬਾਅਦ ਇਹ ਜਾਗੇਗਾ। ਲੇਕਿਨ ਮੇਰੇ ਕੋਲ ਕੋਈ ਐਸਾ ਪੁਖਤਾ ਆਧਾਰ ਨਹੀਂ ਹੈ ਵੀ ਮੈਂ ਸਿੱਧੇ ਤਰੀਕੇ ਨਾਲ ਇਹ ਕਹਿ ਸਕਾਂ ਵੀ ਇਹ ਜਿਹੜੀ ਮੌਤ ਸੀ ਇਸ ਦੇ ਪਿੱਛੇ ਇੱਕ ਸਾਜ਼ਿਸ਼ ਕੀਤੀ ਗਈ ਤੇ ਇੱਕ ਮਰਡਰ ਸੀ ਜਿਸ ਨੂੰ ਕਿ ਪਲਾਨ ਕੀਤਾ ਗਿਆ। ਕਿਉਂਕਿ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ, ਸਾਡੇ ਕੋਲ ਬਹੁਤ ਐਸਾ ਇੰਪੋਰਟੈਂਟ ਜਿਹੜਾ ਐਵੀਡੈਂਸ ਜਾਂ ਸਬੂਤ ਹੁੰਦੇ ਨੇ ਉਹ ਲੂਜ਼ ਆਊਟ ਹੋ ਚੁੱਕੇ ਨੇ, ਉਹ ਆਪਾਂ ਖੋ ਚੁੱਕੇ ਹਾਂ। ਬੋਡੀ ਦੇ ਪੋਸਟਮਾਰਟਮ ਨਾ ਹੋਣ ਦੀ ਸਥਿਤੀ ਦੇ ਵਿੱਚ ਇੱਕ ਕਰੰਟ ਲੱਗਣ ਦੀ ਘਟਨਾ ਨੂੰ ਆਪਾਂ ਕਿਸ ਹੱਦ ਤੱਕ ਇੱਕ ਸਾਜ਼ਿਸ਼ ਜਾਂ षड्यंत्र ਮੰਨ ਸਕਦੇ ਹਾਂ, ਇਸ ਉੱਤੇ ਸੰਸਾ ਹੈ। ਲੇਕਿਨ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ, ਮੇਰੇ ਜ਼ਹਿਨ ਦੇ ਵਿੱਚ ਸਵਾਲ ਕੌਣ ਦਾ ਹੈ, ਤੇ ਜੇ ਹੋਰ ਇਸ ਬਾਰੇ ਕੋਈ ਵੀ ਇਨਪੁਟ ਤੁਹਾਡੇ ਕੋਲ ਹੋਵੇ ਮੈਨੂੰ ਜ਼ਰੂਰ ਦੱਸਿਓ। ਲੇਕਿਨ ਮੇਰੀ ਜਾਣਕਾਰੀ ਜਾਂ ਮੇਰੇ ਸੂਤਰ ਨੇ ਇਸ ਚੀਜ਼ ਦੀ ਤਸਦੀਕ ਕੀਤੀ ਹੈ ਕਿ ਇਹ ਜਿਹੜੀ ਮੌਤ ਸੀ ਇੱਕ ਨੈਚੁਰਲ ਜਾਂ ਕਰੰਟ ਲੱਗਣ ਕਾਰਨ ਮੌਤ ਤਾਂ ਸੀ, ਲੇਕਿਨ ਇਸ ਦੇ ਪਿੱਛੇ ਇੱਕ ਸ਼ਰਾਰਤ ਵੀ ਸੀ। ਉਹ ਸ਼ਰਾਰਤ ਕਿਹਨੇ ਕਰਾਈ, ਇਹਦੇ ਉੱਤੇ ਇੱਕ ਵਾਈਲਡ ਗੈਸ ਵਰਕ ਹੋ ਸਕਦਾ ਹੈ, ਲੇਕਿਨ ਪੁਖਤਾ ਤਰੀਕੇ ਨਾਲ ਇਸ ਉੱਤੇ ਕੋਈ ਵੀ ਗੱਲਬਾਤ ਨਹੀਂ ਕਹੀ ਜਾ ਸਕਦੀ। ਬਿਮਲ ਕੌਰ ਖਾਲਸਾ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਮੇਰੇ ਨਾਲ ਇਨ ਟੱਚ ਰਹੇ ਨੇ ਬੀਤੇ ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਤੋਂ ਬਾਅਦ, ਜਦ ਤੋਂ ਇਹ YouTube ਚੈਨਲ ਸ਼ੁਰੂ ਹੋਇਆ ਹੈ। ਉਹਨਾਂ ਨੇ ਵੀ ਮੈਨੂੰ ਇਸ ਚੀਜ਼ ਬਾਰੇ ਕਾਫੀ ਜ਼ਿਆਦਾ ਜਾਣਕਾਰੀਆਂ ਦਿੱਤੀਆਂ ਨੇ, ਲੇਕਿਨ ਬਹੁਤ ਸੀ ਐਸੀ ਜਾਣਕਾਰੀ ਹੈ ਉਹਨਾਂ ਦੀ ਮੌਤ ਦੇ ਉੱਤੇ ਦਾ ਜਿਹੜਾ ਰਾਜ਼ ਹੈ, ਜਿਹੜਾ ਪਰਦਾ ਪਿਆ ਹੋਇਆ ਹੈ ਕਿ ਉਹਦੇ ਕਾਰਨ ਇੱਕ ਨੈਚੁਰਲ ਹੋਇਆ ਐਕਸੀਡੈਂਟ ਜਿਸ ਨੂੰ ਆਪਾਂ ਕਹਿ ਸਕਦੇ ਹਾਂ। ਨਾਰਮਲ ਇਹ ਚੀਜ਼ਾਂ ਸੰਭਵ ਹੈਗੀ, ਕਰੰਟ ਲੱਗ ਸਕਦਾ ਹੈ, ਬੰਦੇ ਦੀ ਮੌਤ ਹੋ ਸਕਦੀ ਹੈ, ਲੇਕਿਨ ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਸੀ, ਇੱਕ ਪਰਿਵਾਰ ਦੇ ਜੀਆਂ ਨੂੰ ਵੀ ਕਲੈਰਿਟੀ ਦੇ ਨਾਲ ਨਹੀਂ ਪਤਾ। ਕਿਉਂਕਿ ਜੇ ਉਸ ਵਕਤ ਪੋਸਟਮਾਰਟਮ ਹੋਇਆ ਹੁੰਦਾ ਤਾਂ ਸ਼ਾਇਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆਇਆ ਹੁੰਦਾ, ਲੇਕਿਨ ਉਹ ਜਿਹੜੀ ਚੀਜ਼ ਹੈ ਉਹ ਬਹੁਤ ਇੰਪੋਰਟੈਂਟ ਟਾਈਮ ਕ੍ਰਿਟੀਕਲ ਐਵੀਡੈਂਸ ਹੈ, ਉਹ ਆਪਾਂ ਲੂਜ਼ ਕਰ ਚੁੱਕੇ ਹਾਂ। ਬਹਰਹਾਲ ਇਸ ਰਿਪੋਰਟ ਦੇ ਵਿੱਚ ਅੱਜ ਇੰਨਾ ਕੀ ਸੀ, ਇੱਕ ਨਵਾਂ ਚੈਪਟਰ ਮੈਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਬਿਮਲ ਕੌਰ ਖਾਲਸਾ ਜੋ ਕਿ ਬਿਮਲਾ ਦੇਵੀ ਹੋਇਆ ਕਰਦੀ ਸੀ, ਇੱਕ ਹਿੰਦੂ ਪਰਿਵਾਰ ਚੋਂ ਸੀ ਜਿਸਨੇ ਇੱਕ ਸਿੱਖ ਬੇਅੰਤ ਸਿੰਘ ਦੇ ਨਾਲ ਸ਼ਾਦੀ ਕੀਤੀ ਤੇ ਇੰਦਰਾ ਗਾਂਧੀ ਨੂੰ ਅਸੈਸੀਨੇਟ ਕਰਨ ਤੋਂ ਕੁਝ ਦਿਨ ਪਹਿਲਾਂ, ਤਕਰੀਬਨ 2 ਹਫ਼ਤੇ ਪਹਿਲਾਂ, ਇਹ ਦੋਵਾਂ ਨੇ ਅੰਮ੍ਰਿਤ ਵੀ ਛਕਿਆ ਸੀ। ਇੱਕ ਬਹੁਤ ਹੀ ਉਤਾਰ ਚੜ੍ਹਾਅ ਭਰੀ ਮਹਿਲਾ ਦੀ ਜ਼ਿੰਦਗੀ ਸੀ ਜਿਸਨੇ ਕਿ ਬਾਅਦ ਦੇ ਵਿੱਚ ਆਪਣੇ ਪਤੀ ਦੀ ਲੈਗੇਸੀ ਨੂੰ ਅੱਗੇ ਤੋਰਿਆ। ਸੋ ਬਿਮਲ ਕੌਰ ਖਾਲਸਾ ਤੇ ਉਹਨਾਂ ਦਾ ਪਰਿਵਾਰ ਇੱਕ ਬਹੁਤ ਹੀ ਲਿਬਰਲ ਪਰਿਵਾਰ ਸੀ। ਅੰਮ੍ਰਿਤ ਪਤੀ ਪਤਨੀ ਨੇ ਬਹੁਤ ਲੇਟ ਸਟੇਜ ਤੇ ਜਾ ਕੇ ਛਕਿਆ। ਇਨਫੈਕਟ ਉਸ ਵਕਤ ਇੱਕ ਬਹੁਤ ਵੱਡਾ ਬਦਲਾਅ ਉਹਨਾਂ ਦੇ ਵਿੱਚ ਆ ਚੁੱਕਾ ਸੀ, ਲੇਕਿਨ ਇੱਕ ਬਹੁਤ ਹੀ ਉਤਾਰ ਚੜ੍ਹਾਅ ਵਾਲੀ ਕਹਾਣੀ ਸੀ ਇਸ ਪਰਿਵਾਰ ਦੀ। ਕਿਤੇ ਨਾ ਕਿਤੇ ਜੇ ਬਿਮਲ ਕੌਰ ਖਾਲਸਾ ਉਹਨਾਂ ਦੇ ਨਾਲ ਕੋਈ ਵੀ ਜ਼ਾਤੀ ਹੋਈ ਹੈ, ਉਹਨਾਂ ਦੀ ਮੌਤ ਜੇ ਨੈਚੁਰਲ ਜਾਂ ਇੱਕ ਐਕਸੀਡੈਂਟ ਦੇ ਰੂਪ ਵਿੱਚ ਨਹੀਂ ਹੈ, ਕਰੰਟ ਉਹਨਾਂ ਨੂੰ ਬਾਈ ਐਕਸੀਡੈਂਟ ਨਹੀਂ ਲੱਗਿਆ, ਬਾਈ ਡਿਜ਼ਾਈਨ ਲੱਗਿਆ ਜਾਂ ਬਾਈ ਕਿਸੇ षड्यंत्र ਦੇ ਕਾਰਨ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਇਹ ਕੁਝ ਹੋਇਆ, ਤਾਂ ਇਹ ਬਹੁਤ ਵੱਡੀ ਨਾਇਨਸਾਫੀ ਹੋਈ ਹੈ। ਸੋ ਇਹਦੇ ਉੱਤੇ ਜ਼ਿਆਦਾ ਅਸੀਂ ਵੀ ਕੁਝ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ। ਮੈਂ ਤਾਂ ਸਿਰਫ ਇਸ ਗੱਲਬਾਤ ਨੂੰ ਇੱਕ ਡੋਮੇਨ ਦੇ ਵਿੱਚ, ਪਬਲਿਕ ਡੋਮੇਨ ਦੇ ਵਿੱਚ ਲਿਆ ਸਕਦਾ ਸੀ। ਜੋ ਵੀ ਸੰਸਾ ਮੇਰੇ ਜ਼ਹਿਨ ਦੇ ਵਿੱਚ ਜਾਂ ਜੋ ਵੀ ਮੈਂ ਤੱਥ ਇਕੱਠੇ ਕੀਤੇ, ਜਿਹੜੀ ਕ੍ਰੋਨੋਲੋਜੀ ਹੈ, ਜਿਹਨੂੰ ਇਵੈਂਟੋਲੋਜੀ ਆਪਾਂ ਕਹਿੰਦੇ ਹਾਂ, ਉਹਨੂੰ ਮੈਂ ਟਰੇਸ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਕਈ ਘਟਨਾਵਾਂ ਉਹਨਾਂ ਦਿਨਾਂ ਵਿੱਚ ਬਿਲਕੁਲ ਬੈਕ ਟੂ ਬੈਕ ਹੋਈਆਂ। 29 ਅਗਸਤ ਨੂੰ ਸੁਮੇਧ ਸਿੰਘ ਸੈਣੀ ਉੱਤੇ ਬੰਬ ਫਿੱਟ ਕੀਤਾ ਜਾਂਦਾ ਹੈ, ਉਹਨਾਂ ਦੇ ਬਹੁਤ ਸੇ ਸਿਕਿਉਰਿਟੀ ਗਾਰਡ ਮਾਰੇ ਜਾਂਦੇ ਨੇ, ਉਹ ਵੀ ਫੱਟੜ ਹੋ ਜਾਂਦੇ ਨੇ। ਅਗਲੇ ਦਿਨ ਪੂਲਾ ਜਾ ਕੇ ਰੋਪੜ ਦੇ ਵਿੱਚ, ਜਟਾਣਾ ਦੇ ਵਿੱਚ ਇੱਕ ਪਰਿਵਾਰ ਨੂੰ ਸਾੜਿਆ ਜਾਂਦਾ ਹੈਗਾ। ਫਿਰ ਗੁਰਜੰਟ ਸਿੰਘ ਰਾਜਸਥਾਨੀ ਬਿਮਲ ਕੌਰ ਖਾਲਸਾ ਦੇ ਘਰ ਦੇ ਬਾਹਰੋਂ ਢੇਰ ਕਰਤਾ ਜਾਂਦਾ। ਉਹ ਇੱਕ ਬੜਾ ਨੈਚੁਰਲ ਐਨਕਾਊਂਟਰ ਸੀ, ਉਹ ਕੋਈ ਖੁਫੀਆ ਜਾਣਕਾਰੀ ਕਿਸੇ ਕੋਲ ਨਹੀਂ ਸੀ। ਇੱਕ ਅਜਾਇਬ ਸਿੰਘ ਨਾਂ ਦੇ ਮੋਹਾਲੀ ਦੇ ਜਿਹੜੇ ਪੁਲਿਸ ਅਫਸਰ ਸਨ, ਕਿਉਂਕਿ ਪੰਜਾਬ ਪੁਲਿਸ ਦਾ ਆਪਰੇਸ਼ਨ ਸੀ, ਉਹਨਾਂ ਵੱਲੋਂ ਰੂਟੀਨ ਗਸ਼ਤ ਦੇ ਦੌਰਾਨ ਜਾਂ ਪੈਟਰੋਲਿੰਗ ਦੇ ਦੌਰਾਨ ਗੁਰਜੰਟ ਸਿੰਘ ਰਾਜਸਥਾਨੀ ਖੁਦ ਉਹਨਾਂ ਤੋਂ ਡਰ ਕੇ ਭੱਜਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਕਿ ਉਸਨੂੰ ਗੋਲੀ ਮਾਰ ਕੇ ਮਾਰਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜੀ ਘਟਨਾ ਹੁੰਦੀ ਹੈ ਉਹ ਬਿਮਲ ਕੌਰ ਖਾਲਸਾ, ਉਹਨਾਂ ਦੀ ਜਿਹੜੀ ਮੌਤ 2 ਸਤੰਬਰ 1991 ਨੂੰ ਹੁੰਦੀ ਹੈ। ਉਸ ਤੋਂ 2 ਦਿਨ ਬਾਅਦ ਜਿਹੜੇ ਜਟਾਣਾ ਤੇ ਚੰਨਾ, ਦੋ ਬੱਬਰ ਜੋ ਉਹਨਾਂ ਨੂੰ ਕੋਈ ਮੰਨਿਆ ਜਾ ਰਿਹਾ ਹੁੰਦਾ ਵੀ ਸੁਮੇਧ ਸਿੰਘ ਸੈਣੀ ਉੱਤੇ ਹਮਲਾ ਉਹਨਾਂ ਨੇ ਕੀਤਾ ਹੋ ਸਕਦਾ ਹੈ, ਉਹਨਾਂ ਨੂੰ ਵੀ ਮਾਰ ਮੁਕਾਇਆ ਜਾਂਦਾ, ਐਨਕਾਊਂਟਰ ਉਹਨਾਂ ਦਾ ਪਟਿਆਲੇ ਕਰਤਾ ਜਾਂਦਾ। ਸੋ 4 ਜਾਂ 5 ਦਿਨਾਂ ਵਿੱਚ ਬਹੁਤ ਵੱਡੀਆਂ ਘਟਨਾਵਾਂ ਹੁੰਦੀਆਂ ਨੇ, ਜਿਨ੍ਹਾਂ ਵਿੱਚੋਂ ਬਿਮਲ ਕੌਰ ਖਾਲਸਾ ਦੀ ਜਿਹੜੀ ਮੌਤ ਹੈ ਉਸ ਉੱਤੇ ਜਿਹੜਾ ਭੇਦ ਹੈ ਉਹ ਬਰਕਰਾਰ ਦਾ ਬਰਕਰਾਰ ਹੈ। ਬਹਰਹਾਲ ਫਿਲਹਾਲ ਅੱਜ ਦੀ ਰਿਪੋਰਟ ਵਿੱਚ ਕਈ ਸਵਾਲਾਂ ਦੇ ਨਾਲ ਇਸ ਰਿਪੋਰਟ ਨੂੰ ਮੈਂ ਵਿਰਾਮ ਦੇ ਰਿਹਾ ਹਾਂ। ਆਉਣ ਵਾਲੇ ਸਮੇਂ ਵਿੱਚ ਆਪਾਂ ਕੋਕ ਕਰੀਏ, ਸਾਰੇ ਕਰੀਏ, ਤੁਸੀਂ ਵੀ ਕਰੋ, ਮੈਂ ਵੀ ਕਰਾਂ, ਜਿੰਨੀ ਮੈਂ ਤੋਂ ਹੋ ਸਕੀ ਮੈਂ ਕੀਤੀ ਤੇ ਮੈਂ ਤੁਹਾਡੇ ਸਾਹਮਣੇ ਇਹ ਸਾਰੀ ਗੱਲਾਂ ਬਾਤਾਂ ਲੈ ਕੇ ਆਇਆ। ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ। ਕਦੇ ਹੋਰ ਮੌਕਾ ਮਿਲੇਗਾ ਤਾਂ ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ ਤੇ ਉਹਨਾਂ ਦੇ ਬਾਰੇ ਵੀ ਕੁਝ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਕੋਈ ਖਾਸ ਰਿਪੋਰਟ ਜਦੋਂ ਸਹੀ ਸਮਾਂ ਆਏਗਾ ਉਸ ਨੂੰ ਵੀ ਜ਼ਰੂਰ ਨਸ਼ਰ ਕਰਾਂਗੇ। ਸਾਡੇ ਚੈਨਲ ਨਾਲ ਜੁੜੇ ਰਹੋ। ਬਹੁਤ ਬਹੁਤ ਧੰਨਵਾਦ।